ਦੇਸ਼ ਦਾ ਕਿਸਾਨ ਜਿਹੜਾ ਸੈਂਟਰ ਦੀ ਸਰਕਾਰ ਨੇ 3 ਬਿੱਲ ਪਾਸ ਕੀਤੇ ਨੇ ਉਹਨੂੰ ਲੈ ਕੇ ਸਰਕਾਰ ਦੇ ਖਿਲਾਫ ਡਟਿਆ ਹੋਇਆ, ਕਿਉਂਕਿ ਮਸਲਾ ਦੇਸ਼ ਦੇ ਕਿਸਾਨ ਤੇ ਕਿਸਾਨੀ ਦਾ, ਕਿਉਂਕਿ ਲੜਾਈ ਵਜੂਦ ਦੀ ਹੋਣ ਦੀ ਤੇ ਭਵਿੱਖ ਦੀ ਆ। ਪੰਜਾਬ ਦੇ ਨਾਲ ਹੁਣ ਬਾਕੀ ਸੂਬਿਆਂ ਦੇ ਕਿਸਾਨ ਵੀ ਦਿੱਲੀ ਪਹੁੰਚ ਗਏ ਨੇ, ਚਾਹੇ ਉਹਦੇ 'ਚ ਹਰਿਆਣਾ ਹੋਵੇ, ਚਾਹੇ ਮਹਾਰਾਸ਼ਟਰ ਦੇ ਕਿਸਾਨਾਂ ਨੇ ਵੀ ਫੈਸਲਾ ਕਰ ਲਿਆ, ਯੂਪੀ ਦੇ ਵੀ, ਰਾਜਸਥਾਨ ਦੇ ਵੀ, ਮੱਧ ਪ੍ਰਦੇਸ਼ ਦੇ ਕਿਸਾਨ ਵੀ ਦਿੱਲੀ ਪਹੁੰਚ ਗਏ। ਕਿਉਂਕਿ ਲੜਾਈ ਇਹ ਸਿਰਫ ਪੰਜਾਬ ਦੀ ਨਹੀਂ ਆ। ਉਹ ਵੱਖਰੀ ਗੱਲ ਕਿ ਪੰਜਾਬ ਦੇ ਲੋਕਾਂ ਨੇ ਲੜਾਈ ਪਹਿਲਾਂ ਵਿੱਢੀ, ਬਾਕੀ ਹੌਲੀ ਹੌਲੀ ਸੂਬੇ ਨਾਲ ਮਿਲੇ ਨੇ। ਇਹ ਸੰਕਟ ਕੀ ਆ? ਇਸ ਸੰਕਟ 'ਚੋਂ ਦੇਸ਼ ਦਾ ਅੰਨਦਾਤਾ, ਪੰਜਾਬ ਦਾ ਅੰਨਦਾਤਾ, ਜਿਹਨੂੰ ਦੇਸ਼ ਦੀ ਫੂਡ ਬਾਸਕਟ ਕਿਹਾ ਜਾਂਦਾ ਸੀ, ਇਸ ਸੰਕਟ 'ਚੋਂ ਕਿਵੇਂ ਨਿਕਲੇਗਾ? ਤੇ ਜਦ ਸੈਂਟਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦਾ ਭਲਾ ਕਰਨ ਵਾਸਤੇ ਬਿੱਲ ਲਿਆਂਦੇ ਨੇ, ਤੇ ਕਿਸਾਨ ਕਹਿੰਦਾ ਕਿ ਸਾਨੂੰ ਉਸ ਭਲੇ ਦੀ ਕੋਈ ਲੋੜ ਨਹੀਂ ਆ ਤੇ ਨਾ ਹੀ ਇਹ ਵੇਲਾ। ਇਸ ਬਾਬਤ ਅਸੀਂ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਤੋਂ ਬਹੁਤ ਹੀ ਉੱਚ ਅਹੁਦੇ ਤੋਂ ਰਿਟਾਇਰਡ ਹੋਏ ਸੀਨੀਅਰ IAS ਅਧਿਕਾਰੀ ਸਰਦਾਰ ਕੁਲਬੀਰ ਸਿੰਘ ਸਿੱਧੂ ਹੋਣਾ ਨਾਲ। ਸਿੱਧੂ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਭਾਜੀ, ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਇਸ ਵੇਲੇ ਜਿਹੜਾ ਕਿਸਾਨੀ ਦਾ ਸੰਕਟ ਹੈ ਉਸ ਦੇ ਵਿੱਚ ਮੈਨੂੰ ਇਸ ਦੇ ਯੋਗ ਸਮਝਿਆ ਕਿ ਮੈਂ ਉਹਨਾਂ ਦੀ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ, ਧਰਤੀ ਦਾ ਪੁੱਤਰ ਹੋਣ ਦੇ ਨਾਤੇ ਉਹਨਾਂ ਦੀ ਥੋੜ੍ਹੀ ਬਹੁਤੀ ਤਰਜਮਾਨੀ ਕਰ ਸਕਾਂ। ਅਕਸਰ ਕਹਿੰਦੇ ਨੇ, ਅਖਾਣ ਵੀ ਆ, ਮੁਹਾਵਰਿਆਂ 'ਚ ਵੀ ਗੱਲ ਹੁੰਦੀ ਆ, ਖੇਤੀ ਖਸਮਾ ਮੇਤੀ। ਹੁਣ ਤੇ ਸੱਚ ਹੀ ਹੋ ਗਿਆ ਕਿ ਸਾਡੇ ਕੋਲ ਖੇਤੀ ਖੋਈ ਜਾ ਰਹੀ ਆ। ਭਾਜੀ, ਅਸੀਂ ਇਸ ਗੱਲ ਨੂੰ ਜੇ ਪੂਰੇ ਪ੍ਰਸੰਗ ਵਿੱਚ ਲੈਣਾ ਹੋਵੇ ਨਾ, ਤਾਂ ਉਹ ਪ੍ਰਸੰਗ ਇਹ ਬਣਦਾ ਹੈ ਕਿ नुक्ते के हेर फेर ने खुदा को जुदा किया, हमको महरम से हमदर्द तो हमको महरम से मुजरम बना दिया, नतीजतन हम दुआ लिखते रहे वो दगा पढ़ते रहे। तो ये जो क्राइसिस ऑफ ट्रस्ट है ना, वो किसानी दे विच आ गया है। गवर्नमेंट और टोटल किसानी दे विच तां इस दे विच खोण दी ना खोण दी गल ਜਿਹੜੀ ਹੈਗੀ ਆ ਉਹ ਇੱਥੋਂ ਸ਼ੁਰੂ ਹੁੰਦੀ ਹੈ। ਅਤੇ 3 ਕਾਨੂੰਨ ਜਿਹੜੇ ਤੁਸੀਂ ਕਹਿੰਦੇ ਹੋ, ਸਰਕਾਰ ਕਹਿੰਦੀ ਹੈ ਕਿ ਉਹ ਜ਼ਿਮੀਂਦਾਰਾਂ ਦੇ ਭਲੇ ਵਾਸਤੇ, ਅਤੇ ਸਰਕਾਰ ਸਾਡੀ ਹੈ। ਜ਼ਿਮੀਂਦਾਰ ਕਹਿੰਦੇ ਹੈ ਕਿ ਇਸ ਵੈਲਫੇਅਰ ਨੂੰ ਤੁਸੀਂ ਆਪਣੇ ਕੋਲ ਰੱਖੋ। ਸਾਡੀ ਜਿਹੜੀ ਹਾਲਤ ਹੈ ਕਿਸਾਨੀ ਦੀ, ਉਹ ਦੁਨੀਆ ਜਾਣਦੀ ਹੈ ਕਿ ਕਦੇ ਤਾਂ ਇਸ ਅੰਨਦਾਤਾ ਨੇ, ਕਿਸਾਨ ਦਾ, ਦੇਸ਼ ਦਾ PL 480 ਤੋਂ ਖਹਿੜਾ ਛਡਾ ਕੇ ਅਤੇ ਗ੍ਰੀਨ ਰੈਵੋਲਿਊਸ਼ਨ ਲਿਆਂਦਾ। ਉਹਦੇ ਵਿੱਚ ਸਾਡੀ ਸੋਇਲ ਸੀ ਜਿਹੜੀ, ਉਹਦਾ ਓਵਰਯੂਜ਼, ਸਾਡੇ ਆਊਟਪੁੱਟਸ, ਇਨਪੁੱਟਸ ਹੈ ਜਿਹੜੇ ਪੈਸਟੀਸਾਈਡ, ਫਰਟੀਲਾਈਜ਼ਰ, ਝੋਨਾ ਲਾਉਣਾ, ਪਾਣੀ ਮੁੱਕ ਗਿਆ, ਸਭ ਕੁਛ ਮੁੱਕ ਗਿਆ। ਅਤੇ ਖੇਤੀ ਇੱਕ ਲਾਹੇਵੰਦੀ ਤਾਂ ਦੂਰ, ਗੁਜ਼ਰਾਨ ਵੀ ਦੂਰ। ਸਰਕਾਰ ਤਾਂ ਕਹਿੰਦੀ ਨਾ ਟਰੇਡ ਹੈ ਅਤੇ ਇਹਨੂੰ ਟਰੇਡ ਬਣਾਉਣਾ, ਇਹਨੂੰ ਇੰਡਸਟਰੀ ਬਣਾਉਣਾ। ਅਤੇ ਹਾਲਤ ਹੁਣ ਇਹ ਹੈ कि मरीज़ इश्क पर रहमत खुदा की, मर्ज़ बढ़ता गया जिਵੇਂ ਜੋ ਦੁਆ की। ਇੱਕ ਮੈਨੂੰ ਇਹ ਨਹੀਂ ਸਮਝ ਲੱਗਦੀ ਹੈਗੀ ਕਿ ਉਹ ਦੇਸ਼ ਜਿੱਥੇ ਕਦੀ ਸੁੱਕਾ ਪੈ ਜਾਂਦਾ ਤੇ ਕਦੀ ਹੜ੍ਹ ਆ ਜਾਂਦੇ ਹੈਗੇ ਨੇ, ਕਿਸਾਨ ਨੂੰ ਪਤਾ ਨਹੀਂ, ਜ਼ਿਮੀਂਦਾਰ ਨੂੰ ਪਤਾ ਨਹੀਂ ਕਿ ਯਾਰ ਕਿ ਮੇਰੇ ਕਣਕ ਮਾਰੀ ਜਾਣੀ ਜਾਂ ਝੋਨਾ ਮਾਰਿਆ ਜਾਣਾ ਹੈਗਾ। ਅਤੇ ਸੈਂਟਰ ਸਰਕਾਰ ਕਿਹੜੀ ਜਾਦੂ ਦੀ ਛੜੀ ਹੈ ਕਿ 3 ਬਿੱਲ ਲਿਆ ਕੇ ਉਹ ਕਹਿ ਰਹੇ ਕਿ 2022 'ਚ ਕਿਸਾਨਾਂ ਦੀ ਜਿਹੜੀ ਆਮਦਨ ਉਹ ਦੁੱਗਣੀ ਹੋ ਜਾਏਗੀ। ਕੀ ਸੈਂਟਰ ਸਰਕਾਰ ਨੂੰ ਕਿਸਾਨੀ ਬਾਰੇ ਪਤਾ ਨਹੀਂ ਹੈਗਾ ਕਿ ਸੌਦਾ ਇੰਨਾ ਮਾੜਾ ਹੈਗਾ ਜੀ? ਦੇਖੋ, ਗੱਲ ਇਹ ਹੈ ਕਿ ਜੇ ਤਾਂ ਇਸ ਦਾ ਸਬੱਬ ਦੇਖੋ, ਜਿਹੜਾ ਕਿ ਕਾਂਗਰਸ ਗੌਰਮੈਂਟ ਵੇਲੇ ਵੀ ਸ਼ੁਰੂ ਹੋ ਗਿਆ ਸੀ, ਡਾਕਟਰ ਮਨਮੋਹਨ ਸਿੰਘ ਹੋਰਾਂ ਵੇਲੇ ਵੀ। ਵਰਲਡ ਪਹਿਲਾਂ ਗੈਟ ਹੁੰਦਾ ਸੀ, ਗੈਟ ਤੋਂ ਜਿਹੜਾ ਹੁਣ WTO ਕਹਿੰਦੇ ਹਾਂ ਆਪਾਂ, ਉਸ ਦੀਆਂ ਜਿਹੜੀਆਂ ਸ਼ਰਤਾਂ ਹੈ ਕਿ ਜੇ ਤੁਸੀਂ ਸਾਡੇ ਹਾਣੀ ਹੋਣੇ ਆ ਤਾਂ ਉਹਨਾਂ ਦੇ ਜਿਹੜਾ ਇੰਟਰਨੈਸ਼ਨਲ ਮਾਰਕੀਟ ਹੈ ਉਹਦੇ ਸਟੈਂਡਰਡ, ਉਹਦੀ ਕੁਆਲਿਟੀ ਦੇ ਮੁਤਾਬਕ ਚੱਲੋਗੇ। ਤਾਂ ਸਬੱਬ ਤਾਂ ਬਣਾਇਆ ਇਹ, ਪਰ ਇਸ ਸਬੱਬ ਦੇ ਪਿੱਛੇ ਜਿਸ ਤਰ੍ਹਾਂ ਕਾਹਲਬਾਜ਼ੀ ਹੋਈ ਹੈ, ਜਿਸ ਤਰ੍ਹਾਂ ਉਹਨਾਂ ਨੂੰ ਆਰਡੀਨੈਂਸ ਨੂੰ ਫਿਰ ਪਾਰਲੀਮੈਂਟ ਦੇ ਵਿੱਚ ਲਿਆ ਕੇ ਅਤੇ ਪ੍ਰੈਜ਼ੀਡੈਂਟ ਦੀ ਅਸੈਂਟ ਤੱਕ ਜਿਹੜੀ ਦਿੱਤੀ ਗਈ ਹੈ, ਉਸ ਤੋਂ ਇਹ ਕੁਛ ਗੱਲ ਲੱਗਦਾ ਹੈ ਕਿ ਜਿਹੜੀ ਸਾਡੀ ਇਕਨੋਮਿਕ ਪਾਲਿਸੀ ਹੈ, ਜਿਸ ਦੇ ਬਾਰੇ ਮੈਂ ਸਿਆਣੇ ਲੋਕਾਂ ਤੋਂ, ਜਿਸ ਤਰ੍ਹਾਂ ਕਿ ਇਕਨੋਮਿਕਸ ਦੇ ਜਿਹੜੇ ਧੁਰੰਧਰ ਮਾਹਰ ਨੇ, ਉਹਨਾਂ ਤੋਂ ਸੁਣਿਆ, ਉਹਨਾਂ ਨੂੰ ਪੜ੍ਹਿਆ ਕਿ ਇਹਨਾਂ ਦੀ ਪਾਲਿਸੀ ਇਹ ਹੈ ਕਿ ਜਿਹੜਾ ਕਿਸਾਨੀ ਹੈ
ਇਸ ਨੂੰ ਟ੍ਰੇਡ ਵੱਲ ਲਿਆ ਕੇ ਤੇ ਜਿਹੜੀ ਇਸ ਦੀ ਕਿਸਾਨੀ ਦੀ ਜਿਹੜੀ ਰੂਰਲ ਲੇਬਰ ਹੈ ਉਸ ਨੂੰ ਸ਼ਹਿਰਾਂ ਵੱਲ ਨੂੰ ਮਧੂ ਕਰੋ, ਉਸ ਨੂੰ ਉੱਧਰ ਨੂੰ ਲਿਆਓ ਤਾਂ ਕਿ ਇੰਡਸਟਰੀ ਨੂੰ ਤੇ ਕਾਰਪੋਰੇਟ ਘਰਾਣਿਆਂ ਨੂੰ ਉਹਦਾ ਫਾਇਦਾ ਦਿੱਤਾ ਜਾ ਸਕੇ। ਬਿਲਕੁਲ ਮੈਂ ਸਿੱਧਾ ਅੱਛਾ, ਇਹ ਜਿਹੜੀ ਹੈ ਇਹ ਇੱਕ ਬਦਨੀਤੀ ਦੀ ਖੇਡ ਹੈ, ਇੱਕ ਅਹਿਸਾਨ ਫਰਾਮੋਸ਼ੀ ਹੈ ਕਿ ਉਸ ਕਿਸਾਨ ਨੂੰ ਜਿਹਨੇ ਤੁਹਾਨੂੰ ਅੰਨਦਾਤਾ ਦੇ ਤੌਰ 'ਤੇ ਅੱਜ ਤੱਕ ਵੀ ਪਹਿਲਾਂ ਵੀ ਤੁਹਾਨੂੰ ਸੰਭਾਲਿਆ, ਮੈਂ ਕਿਹਾ PL 480 ਤੋਂ ਤੁਹਾਨੂੰ ਨਿਜਾਤ ਦਵਾਈ, ਆਪਣਾ ਤਨ ਮਨ ਧਨ ਸਭ ਕੁਝ ਲਾਤਾ ਉਸ ਦੇ ਉੱਤੇ, ਤਾਂ ਹੁਣ ਉਹਦੀ ਜਦੋਂ ਹਾਲਤ ਇੱਕ ਬਿਮਾਰ ਕਿਸਾਨੀ ਦੀ ਬਿਮਾਰੀ ਦੀ ਹਾਲਤ ਹੈ ਤਾਂ ਉਸ ਦਾ ਉੱਥੇ ਕੋਈ ਚਾਰਾ ਜੋਈ ਕਰਨ, ਇਹ ਇਲਾਜ ਕਰਨ ਦੀ ਬਜਾਏ ਉਹਨਾਂ ਦੇ ਉੱਤੇ ਇੱਕ ਇਹੋ ਜਿਹਾ ਕਾਨੂੰਨ ਲਿਆਤਾ ਕਿ ਜਿਸ ਦੇ ਤੁਸੀਂ ਕਹਿੰਦੇ ਹੋ ਕਿ 2022 ਤੱਕ ਹੋ ਜੂ, ਔਰ ਉਦੋਂ ਤੁਹਾਡਾ ਟਰਸਟ ਦੀ ਬ੍ਰੀਚ ਇੰਨੀ ਹੋ ਚੁੱਕੀ ਹੈ, ਤੁਹਾਡੀ ਕ੍ਰੈਡੀਬਿਲਿਟੀ ਇੰਨੀ ਭਰੋਸੇਮੰਦੀ ਖਤਮ ਹੋ ਚੁੱਕੀ ਹੈ, ਰਿਲਾਇਬਿਲਿਟੀ ਖਤਮ ਹੋ ਚੁੱਕੀ ਹੈ ਕਿ ਇੰਨੇ ਜੁਮਲਾਬਾਜ਼ੀਆਂ 'ਚੋਂ, GST 'ਚੋਂ, ਕਾਲਾ ਧਨ ਲਿਆਉਣ ਤੋਂ, 15 ਲੱਖ ਦੇਣ 'ਚੋਂ ਕੋਈ ਇੱਕ ਅੱਧਾ ਜਲਵਾ ਤਾਂ ਕਰ ਦਿਓ ਤਾਂ ਕਿ ਕਿਸਾਨਾਂ ਨੂੰ ਇਹ ਵਿਸ਼ਵਾਸ ਆ ਜਾਏ ਕਿ ਹਾਂ ਜੀ ਇਹ ਸਰਕਾਰ ਤਾਂ ਨਾ ਕੁਛ ਸਾਡੇ ਲਈ ਬਿਹਤਰੀ ਹੀ ਕਰ ਰਹੀ ਹੈ। ਉਹ ਹੋਇਆ ਨਹੀਂ ਤੇ ਕਿਸਾਨੀ ਨੂੰ ਸੁਧਾਰਨ ਦੀ ਕੋਸ਼ਿਸ਼ ਹੋ ਗਈ ਤੇ ਉਸ 'ਤੇ ਬਜ਼ਿੱਦ ਹੋ ਗਏ, ਜਿਸ ਕਰਕੇ ਇਹ ਵਾਕਈ ਲੱਗਦਾ ਹੈ ਕਿ ਬਹੁਤ ਡਰੈਕੋਨੀਅਨ ਲਾਅ ਪਾਸ ਹੋ ਗਏ। ਸ਼ਿਕੂਰ ਕਹਿ ਰਹੇ ਕਿ ਜਿਹੜੇ WTO ਦੇ ਜਿਹੜਾ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਜਿਹੜਾ ਉਹਨਾਂ ਨੇ ਭਾਰਤ ਸਰਕਾਰ ਨੂੰ ਟੀਚਾ ਦਿੱਤਾ ਸੀ, ਉਸ ਟੀਚੇ ਤੋਂ 7 ਸਾਲ ਇੰਡੀਆ ਪਿੱਛੇ ਰਹਿ ਗਿਆ, ਇਸ ਕਰਕੇ ਦਬਾਅ ਪਾਇਆ ਗਿਆ ਹੈਗਾ। ਪਰ ਉਹ ਕਹਿ ਰਹੇ ਕਿ ਕਿਸਾਨਾਂ ਨੂੰ ਜਾਂ ਪਿੰਡਾਂ 'ਚੋਂ ਲੋਕ ਕੱਢ ਕੇ ਸ਼ਹਿਰਾਂ 'ਚ ਲਿਆਓ, ਪਰ ਕਰੋਨਾ ਕਾਲ ਦੇ ਵਿੱਚ ਕਿ ਸਿਰਫ ਮੈਂ ਤੁਹਾਨੂੰ ਐਗਜ਼ਾਮਪਲ ਦੱਸਾਂ ਕਿ 2000 ਦੇ ਕਰੀਬ ਜਿਹੜੇ ਵਕੀਲ ਆ, ਐਡਾ ਚੰਗਾ ਪੇਸ਼ਾ ਸੀ ਪੰਜਾਬ ਤੇ ਰੜੇ, ਉਹ ਦੁਬਾਰਾ ਪਿੰਡਾਂ 'ਚ ਵਾਪਸ ਮੁੜ ਗਏ ਨੇ। ਜਿਹੜੇ WTO ਤੇ ਤੇ ਅਸੀਂ ਇਹ ਕਹਿ ਰਹੇ ਕਿ ਪਿੰਡਾਂ 'ਚੋਂ ਕੱਢ ਕੇ ਸ਼ਹਿਰਾਂ 'ਚ ਲਾਓ, ਤੇ ਕਰੋਨਾ ਕਾਲ 'ਚੋਂ ਲੋਕਾਂ ਨੇ ਸ਼ਹਿਰ ਛੱਡ ਕੇ ਪਿੰਡਾਂ 'ਚ ਗਿਆ ਕਿਉਂਕਿ ਰੋਜੀ ਰੋਟੀ ਦਾ ਮਸਲਾ ਸੀ, ਢਿੱਡ ਦਾ ਮਸਲਾ ਸੀ। ਤੇ ਤੁਹਾਨੂੰ ਲੱਗਦਾ ਕਿ WTO ਦੇ ਹਾਣੀ ਉਹਨਾਂ ਦੇ ਕਿਰਦਾਰ, ਅਸੀਂ ਉਹਨਾਂ ਦੇ ਕਿਰਦਾਰ ਦੇ ਬਰਾਬਰ ਤੇ ਪਹੁੰਚ ਗਏ, ਨੀਤੀਆਂ ਨੂੰ ਤਾਂ ਫਿਰ ਲਾਗੂ ਕਰਾਂਗੇ ਜੀ। ਭਾਜੀ ਤੁਸੀਂ ਕਹੋਗੇ ਵੀ ਇਹ ਬੰਦਾ ਸ਼ਾਇਰੀ ਕਰੀ ਜਾਂਦਾ, ਤੇ ਮੈਂ ਜਿੰਨਾ ਤੁਸੀਂ ਥੋੜਾ ਸਮਾਂ ਮੈਨੂੰ ਦਿੱਤਾ ਹੈ ਉਹਦੇ ਵਿੱਚ ਐਡੀਆਂ ਸਵਾਲ ਤੁਹਾਡਾ ਛੋਟਾ ਹੁੰਦਾ ਤੇ ਜਵਾਬ ਲੰਬਾ ਹੁੰਦਾ ਜੀ ਜੀ, ਤੇ ਉਹ ਜੇ 15-20 ਮਿੰਟ ਤੋਂ ਵੱਧ ਬੋਲਦੇ ਆ ਤਾਂ ਲੋਕ ਨਹੀਂ ਸੁਣਦੇ ਜੀ ਜੀ, ਸਾਡੀ ਗੱਲ ਲੋਕਾਂ ਤੱਕ ਨਹੀਂ ਪਹੁੰਚਦੀ ਜੀ। ਤਾਂ ਇਹਦੇ ਤਾਂ ਮੈਂ ਇਹ ਕਹੂੰਗਾ ਜਿਹੜੇ ਉਹ ਪਿੰਡਾਂ ਨੂੰ ਤੁਰੇ ਜਾਂਦੇ ਆ, ਕਿਸਾਨ ਦਿੱਲੀ ਨੂੰ ਤੁਰਿਆ ਜਾਂਦਾ ਤਾਂ ਉਹ ਤਾਂ ਇਹ ਹੈ ਪੁੱਛਾ ਜੋ ਹਾਲ तो कुछ ਉਹਦਾ ਮਫਹੂਮ ਦੱਸਦਾ है, चेहरे पे रौनक आ गई, वो समझते हैं कि मरीज इश्क का हाल अच्छा है। अच्छा, कहानी बिल्कुल ठीक है कि ਜਿਹੜੇ ਸਰਕਾਰ ਤਾਂ ਕਹਿੰਦੀ ਹੈ, ਤੁਸੀਂ ਸਰਕਾਰ ਕਹਿੰਦੀ ਹੈ, ਪਾਰਟੀ ਕਹਿੰਦੀ ਕਿ ਤੁਸੀਂ ਇਹਨੂੰ ਐਕਟ ਨੂੰ ਸਮਝਿਆ ਨਹੀਂ, ਅਸੀਂ ਆਓ ਮੀਟਿੰਗਾਂ ਕਰੋ, ਸਾਨੂੰ ਤੁਹਾਨੂੰ ਸਮਝਾਈਏ। ਮੈਂ ਕਹਿੰਦਾ ਇਹ ਇੰਨੇ ਪਾਰਲੀਮੈਂਟ ਦੇ ਵਿੱਚ ਕਾਨੂੰਨ ਪਾਸ ਹੁੰਦੇ ਆ, ਹਰ ਸੈਸ਼ਨ ਦੇ ਵਿੱਚ ਹੁੰਦੇ ਆ, ਕਦੇ ਇੰਨੀ ਰਿਜ਼ੈਂਟਮੈਂਟ ਨਹੀਂ ਹੋਈ। ਤੇ ਹੁਣ ਇਹ ਜਿਹੜਾ ਅੰਦੋਲਨ ਹੈ, ਇੱਕ ਸੰਘਰਸ਼ ਹੈ, ਸਟਰਗਲ ਫਾਰ ਸਰਵਾਈਵਲ ਬਣ ਕੇ ਤੇ ਇੱਕ ਕ੍ਰਾਂਤੀ ਦਾ ਰੂਪ ਧਾਰਨ ਕਰ ਗਿਆ। ਇਸ ਦੇ ਉੱਤੇ ਸਰਕਾਰ ਨੂੰ ਵੀ ਸੋਚਣਾ ਬਣਦਾ ਹੈ। ਸ਼ੁਕਰ ਇਹ ਹੈ ਕਿ ਜਿਹੜੇ ਮੋੜ ਤੋਂ ਲੰਘ ਕੇ ਅਸੀਂ ਹਰਿਆਣਾ ਦਾ 1982 ਦਾ ਜਿਹੜਾ ਮੋੜ ਸੀ, ਬਲੋਕੇਡ ਵਾਲਾ, ਚੌਧਰੀ ਭਜਨ ਲਾਲ ਜੋ CM ਸੀ, ਤੇ ਹੁਣ ਮੋਹਨ ਲਾਲ ਖੱਟੜ ਜੀ ਨੇ ਜਿਹੜਾ ਪੰਜਾਬ ਦੇ ਤੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਤੇ ਇਹ ਜਿਹੜਾ ਮੋੜ ਚੋਂ ਨਿਕਲ ਗਏ। ਨਹੀਂ ਤਾਂ ਮੇਰਾ ਖਿਆਲ ਹੈ ਕਿ ਦਾਰੂ ਸਿੱਕਾ ਤਾਂ ਹੁਣੇ ਹੀ ਚੱਲ ਜਾਣਾ ਸੀ। ਤੇ ਹੁਣ ਸ਼ੁਕਰ ਹੈ ਕਿ ਇਹ ਦਿੱਲੀ ਪਹੁੰਚੇ ਨੇ ਤੇ ਉੱਥੇ ਇਹਨਾਂ ਨੂੰ ਹੁਣ ਮੀਟਿੰਗਾਂ ਦੇ ਵਾਸਤੇ ਉਹਨਾਂ ਨੂੰ ਬੁਲਾਉਣਾ ਬਣਦਾ ਹੈ। ਔਰ ਮੀਟਿੰਗਾਂ ਦੇ ਵਿੱਚ ਹੁਣ ਮੈਂ ਇਸ ਗੱਲ ਤੇ ਆਊਂਗਾ ਕਿ ਨੌਬਤ ਤੋਂ ਕਿਵੇਂ ਮੁਸੀਬਤ ਤੋਂ ਛੁਟਕਾਰਾ ਮੇਰੀ ਬੁੱਧੀ ਜਾਂ ਆਮ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਇਹ ਹੈ, ਇਸ ਤਰ੍ਹਾਂ ਛੁੱਟ ਸਕਦਾ ਹੈ ਕਿ ਸਰਕਾਰ ਹੁਣ ਹੁਕਮਰਾਨਾਂ ਵਾਂਗੂ ਹੁਕਮ ਨਾ ਕਰੇ ਕਿ ਜੇ ਤੂੰ ਅੱਗੇ ਬੋਲਿਆ, ਜੇ ਤੂੰ ਕੋਈ ਕਿੰਤੂ ਪਰੰਤੂ ਕੀਤਾ ਤਾਂ ਤੇਰਾ ਸਿਰ ਕਲਮ ਕਰ ਦਿੱਤਾ ਜਾਊਗਾ, ਤੁਸੀਂ ਦੇਸ਼ ਧਰੋਹੀ ਹੋ ਜਾਓਗੇ। ਇਹ ਨਹੀਂ ਹੋਣਾ ਚਾਹੀਦਾ। ਹੁਣ ਇਹ ਚਾਹੀਦਾ ਹੈ ਕਿ ਉਹ ਸੁਹਿਰਦਤਾ ਨਾਲ ਸਰਕਾਰ ਓਪਨ ਮਾਈਂਡ ਨਾਲ ਜ਼ਿਮੀਂਦਾਰਾਂ ਦੇ ਵੀ ਦ੍ਰਿਸ਼ਟੀਕੋਣ ਤੋਂ, ਆਪਣਾ ਦ੍ਰਿਸ਼ਟੀਕੋਣ ਤਾਂ ਸਰਕਾਰਾਂ ਤੇ ਬਿਊਰੋਕਰੇਟਸ ਜਿਹੜੇ ਵੱਡੇ ਵੱਡੇ ਸੈਕਟਰੀ ਉੱਥੇ ਬੈਠੇ ਨੇ, ਵੱਡੇ ਵੱਡੇ ਅਫਸਰ ਬੈਠੇ ਨੇ, ਫਾਈਨਾਂਸ ਦੇ ਬੈਠੇ ਨੇ, ਐਗਰੀਕਲਚਰ ਦੇ ਬੈਠੇ ਨੇ, ਤਾਂ ਉਹ ਸਾਰੇ
ਉਹਨਾਂ ਨੇ ਲਾਅ ਬਣਾਏ ਹੈ ਨਾ, ਸਰਕਾਰ ਦਾ ਤਾਂ ਹੁਕਮ ਹੁੰਦਾ, ਉਹਨਾਂ ਨੇ ਹੁਕਮਾਂ ਦੀ ਪਾਲਣਾ ਕੀਤੀ। ਉਹਨੂੰ ਸਹਿਰਤਾ ਨਾਲ ਜ਼ਿਮੀਂਦਾਰਾਂ ਦੇ ਨਾਲ ਬੈਠ ਕੇ ਉਹਨਾਂ ਨੂੰ ਇਸ ਤਰ੍ਹਾਂ ਬਣਾਓ ਕਿ ਜ਼ਿਮੀਂਦਾਰ ਵੀ ਤੁਹਾਡਾ ਐਂਗਲ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਵਾਲਾ ਸਮਝ ਸਕਣ, ਖੇਤੀ ਦੀ ਡਾਈਵਰਸੀਫਿਕੇਸ਼ਨ ਵਾਲਾ ਸਮਝ ਸਕਣ। ਜੇ ਤੁਸੀਂ ਮੈਨੂੰ ਕਹਿੰਦੇ ਹੋ ਨਾ ਕਿ ਬਈ ਆਹ ਤੈਨੂੰ ਮੁਸ਼ਕਲ ਤਾਂ ਆਊਗੀ ਥੋੜ੍ਹੀ ਜਿਹੀ, ਪਰ ਤੇਰਾ ਅਲਟੀਮੇਟਲੀ ਫਾਇਦਾ ਹੋਊਗਾ, ਅਤੇ ਮੈਂ ਉਹ ਗੱਲ ਨੂੰ ਬੜੀ ਖੁਸ਼ੀ ਮੰਨ ਲੂੰ। ਸਰਕਾਰਾਂ ਦਾ ਹੁਕਮ ਲੋਕ ਮੰਨਦੇ ਆਏ, ਮੰਨਣਗੇ। ਪਰ ਜੇ ਤੁਸੀਂ ਉਹਨੂੰ ਹੁਕਮਰਾਨੀ ਦੇ ਤੌਰ 'ਤੇ ਲੈਣਾ ਤੇ ਫਿਰ ਪਰਮਾਤਮਾ ਸੁੱਖ ਰੱਖੇ ਇਹਦੇ ਵਿੱਚੋਂ ਕਿਤੇ ਪ੍ਰਾਪਤੀ ਕਰਦੇ ਕਰਦੇ ਕੁਝ ਗਵਾ ਨਾ ਬੈਠੀਏ। ਤੁਹਾਨੂੰ ਲੱਗਦਾ ਕਿ ਸਰਕਾਰ ਟੇਬਲ ਤੇ ਆਈ ਹੈ ਤੇ ਉੱਥੇ ਵੀ ਸ਼ਰਾਰਤ ਹੋ ਸਕਦੀ, ਜੇ ਕੌਮੇ ਦਾ ਹੀਰ ਫੇਰ ਹੋ ਸਕਦਾ। ਪਰ ਉਹ ਮੈਂ ਤੁਹਾਨੂੰ ਹਰ ਇੱਕ ਜਿਹੜੀ ਹੈਗੀ ਨਾ ਨੀਤੀ ਤੇ ਬਦਨੀਤੀ ਦੀ ਗੱਲ ਦੱਸਦਾ। ਜੇ ਸਰਕਾਰ ਤੇ ਅਫਸਰਾਂ ਦੀ, ਅਫਸਰ ਉਹਦੇ ਬਰਾਬਰ ਦੇ ਭਾਗੀਦਾਰ ਹੁੰਦੇ ਨੇ ਸਰਕਾਰ ਦੇ, ਤੇ ਉਹਨਾਂ ਦੀ ਇਹ ਹੁੰਦੀ ਹੈ ਕਿ ਅੱਜ ਤੱਕ ਬਾਣੀਆਂ ਦੀ ਜਿਹੜੀ ਭਾਸ਼ਾ ਹੁੰਦੀ ਸੀ ਨਾ, ਜਿਹਦੇ ਵਿੱਚ ਵਹੀ ਖਾਤੇ ਤੇ ਤੁਹਾਡੇ ਵਿਆਜ ਕਰਜ਼ਾ ਲਿਖਦੇ ਸੀ, ਉਹ ਉਸ ਭਾਸ਼ਾ ਨੂੰ ਲੰਡੇ ਕਹਿੰਦੇ ਸੀ। ਉਹਦੇ 'ਚ ਲਾਗ ਮਾਤਰਾ ਨਹੀਂ ਸੀ ਹੁੰਦੀਆਂ, ਤੇ ਉਹਦੇ 'ਚ ਜਗਤਾਰ ਸਿੰਘ ਦੀ ਥਾਂ ਤੇ ਮਨਤਾਰ ਸਿੰਘ ਲਿਖਤਾ, ਤੇ ਮਨਤਾਰ ਸਿੰਘ ਦੇ ਉੱਤੇ 200 ਦੀ ਥਾਂ ਤੇ 2000 ਕਰਜ਼ਾ ਲਿਖਤਾ। ਉਹ ਲੰਡੇ ਕਦੇ ਕਿਸੇ ਜ਼ਿਮੀਂਦਾਰ ਨੇ ਪਿਛਲੀਆਂ ਪੀੜ੍ਹੀਆਂ 'ਚ ਜਦੋਂ ਲੰਡੇ ਚੱਲਦੇ ਸੀ, ਕਿਸੇ ਨੇ ਪੜ੍ਹ ਨਹੀਂ ਸਕਿਆ ਵੀ ਇਹ ਲੰਡੇ ਕੀ ਹੈ। ਸਰਕਾਰੀ ਡਰਾਫਟਿੰਗ ਹੈ ਜਿਹੜੀ, ਜਿਹਦੇ 'ਚ ਕੌਮਿਆਂ ਦਾ, ਸੈਮੀਕੋਲਨਾਂ ਦਾ ਤੇ ਫੁੱਲ ਸਟਾਪਸ ਦਾ ਵੀ ਮਤਲਬ ਹੁੰਦਾ, ਉਸ ਨੂੰ ਮੇਰਾ ਖਿਆਲ ਹੈ ਜ਼ਿਮੀਂਦਾਰ ਨੂੰ, ਜੇ ਤੁਸੀਂ ਜਿੰਨੀਆਂ ਜਥੇਬੰਦੀਆਂ, ਮੈਂ ਕੋਈ ਚੈਲੰਜ ਦੇ ਤੌਰ 'ਤੇ ਨਹੀਂ ਕਹਿੰਦਾ, ਪਰ ਮੇਰੇ ਵਰਗੇ ਬੰਦਿਆਂ ਨੂੰ ਵੀ ਉਹਦੀ ਸਮਝ ਨਹੀਂ ਆਉਂਦੀ ਵੀ ਇਹ ਕੀ ਕੌਮਾਂ ਲਾ ਕੇ। ਤੇ ਲੌਂਗੋਵਾਲ ਅਕੋਰਡ ਦਾ ਸਾਡੇ ਅੱਗੇ ਮਿਸਾਲ ਹੈ, ਉਹਦੀਆਂ ਸਿਰਫ 11 ਕਲੌਜ਼ ਹੈ, ਤੇ ਜਨਾਬ ਚੰਡੀਗੜ੍ਹ ਦੇ ਇਸ਼ੂ ਦੇ ਉੱਤੇ ਸੈਮੀਕੋਲਨ ਫੁੱਲ ਸਟਾਪ ਪ੍ਰੋਵੀਜ਼ਨ ਲਾ ਕੇ ਉਹ ਬਣਾਤਾ ਵੀ ਨਾ ਤੁਹਾਡੇ ਹੱਥ ਅੱਜ ਤੱਕ ਚੰਡੀਗੜ੍ਹ ਆਇਆ 1986 ਤੋਂ ਬਾਅਦ, ਨਾ ਪੰਜਾਬੀ ਬੋਲਦੇ ਇਲਾਕੇ ਆਏ ਹੈ। ਤਾਂ ਇਸ ਲਈ ਜਦੋਂ ਪਾਰਲੇਜ਼ ਹੋਣ ਤਾਂ ਅਫਸਰਾਂ ਨੂੰ ਇੱਕ ਰੋਲ ਪਲੇ ਕਰਨਾ ਬਣਦਾ। ਉਹ ਹੁੰਦਾ ਇੱਕ ਬੈਲੈਂਸਿੰਗ ਐਕਟ ਜੀ, ਕਿ ਸਰਕਾਰ ਚਾਹੁੰਦੀ ਹੈ, ਪਰ ਸਰਕਾਰ ਨੂੰ ਆਪਣੀ ਵੀ ਆਪਣੇ ਲੰਬੇ ਤਜਰਬੇ ਆ। IAS ਬੰਦਾ ਜਿਹੜਾ 32 ਸਾਲ ਦੀ ਸਰਵਿਸ ਦੇ ਉੱਤੇ ਜਾ ਕੇ ਅਖੀਰ ਤੇ ਜਾ ਕੇ ਸੈਕਟਰੀ ਗਵਰਨਮੈਂਟ ਆਫ ਇੰਡੀਆ ਬਣਦੇ ਉਸ ਲੈਵਲ 'ਤੇ, ਔਰ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਟੀਮ ਆਫ ਆਫਿਸਰਸ ਹੈ ਡਿਪਾਰਟਮੈਂਟ ਦੇ, ਮੈਂ ਕਿਹਾ ਐਗਰੀਕਲਚਰ ਹੈ, ਫਾਈਨਾਂਸ ਹੈ, ਉਹ ਸਾਰੇ ਸੁਹਿਰਦਤਾ ਨਾਲ ਇਸ ਨੂੰ ਦੁਬਾਰਾ ਰਿਵਿਊ ਕਰਨ। ਦੂਜੇ ਪਾਸੇ ਜਿਹੜੇ ਜ਼ਿਮੀਂਦਾਰ ਹੈ ਉਹ ਜਿਹੜਾ ਕਹਿੰਦੇ ਅਸੀਂ ਇਹਨੂੰ ਰੱਦ ਕਰਾ ਕੇ ਹੀ ਖਹਿੜਾ ਛਡਾਵਾਂਗੇ, ਤਾਂ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਇਹ ਸਮਝਣ ਦੀ ਲੋੜ ਹੈ, ਅਤੇ ਉਹਨਾਂ ਨੂੰ ਇਹ ਗੱਲ ਸਮਝਾਉਣ ਦੀ ਲੋੜ ਹੈ ਕਿ ਉਹ ਇਸ ਗੱਲ ਨਾਲ ਸਮਝਣ ਕਿ ਦੇਸ਼ ਦਾ ਸਮੁੱਚਾ ਹਿੱਤ ਕਿਸ ਗੱਲ ਦੇ ਵਿੱਚ ਹੈ। ਤੇ ਕਿਸਾਨ ਵੀ ਚੰਗੀ ਤਰ੍ਹਾਂ ਸਿੱਧੂ ਸਾਹਿਬ ਸਮਝਦੇ ਨੇ ਕਿ ਜੇ ਬਹੁਤਾ ਕਵਾਂਗੇ ਤੇ ਸਰਕਾਰ ਥਾਂ ਹੀ ਥੋੜਾ ਮੰਨੇ, ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਨਾ ਕਿ ਸਰਕਾਰ ਕੀ ਕਹਿੰਦੇ ਦੁੱਧ ਦਿੰਦੀ ਹੈ ਮਿੰਗਣਾ ਪਾ ਕੇ ਨਾ। ਜੇ ਗੱਲ ਵੱਡੀ ਕਵਾਂਗੇ, ਵੱਡੀ ਮੰਗ ਰੱਖਾਂਗੇ ਤਾਂ ਹੀ ਛੋਟੀ ਮੰਨਣਗੇ ਨਾ। ਸਰਕਾਰ ਤੇ ਇਹ ਤਾਂ ਨਹੀਂ ਕਿ ਪੂਰੀ ਮੰਗ ਜਿਹੜੀ ਮੰਨ ਲੈਣਗੇ। ਸਰਕਾਰ ਵੀ, ਕਿਸਾਨ ਵੀ ਚੰਗੀ ਤਰ੍ਹਾਂ ਸਮਝਦੇ ਕਿ ਹੁਣ ਤੱਕ ਸਾਨੂੰ ਸੁਸਾਇਟੀ ਦਾ ਪਾਰਟ ਨਹੀਂ ਸਮਝਿਆ ਗਿਆ, ਸਿਰਫ ਸਾਨੂੰ ਇੱਕ ਵੋਟ ਮਸ਼ੀਨ ਸਮਝੀ ਗਈ ਕਿ ਕਿਸਾਨ ਹੈ, ਇਹ ਸਿਰਫ ਵੋਟ ਬੈਂਕ, ਹੋਰ ਕੁਝ ਨਹੀਂ ਹੈਗਾ। ਤੇ ਫਿਰ ਜੇ ਮੈਥੋਂ ਪੁੱਛੋ ਤਾਂ ਡੂੰਘੀ ਸਿਆਸਤ ਇਹੀ ਹੈ ਕਿ ਕਿਸਾਨ ਨੂੰ ਇੱਕ ਹੁੰਦੀ ਹੈ ਮੈਨੇਜਮੈਂਟ, ਇੱਕ ਹੁੰਦੀ ਹੈ ਮਿਸਮੈਨੇਜਮੈਂਟ, ਜਿਹੜੀ ਕਿ ਇਸ ਮੁਲਕ ਦੇ ਵਿੱਚ ਸਾਡੀ ਬਦਕਿਸਮਤੀ ਹੈ ਕਿ ਮਿਸਮੈਨੇਜਮੈਂਟ ਬੜੇ ਦੇਰ ਤੋਂ ਚੱਲ ਰਹੀ ਹੈ। ਤੇ ਤੀਜੀ ਨਾਂ ਹੁੰਦੀ ਹੈ ਨੈਗੇਟਿਵ ਮੈਨੇਜਮੈਂਟ। ਨੈਗੇਟਿਵ ਮੈਨੇਜਮੈਂਟ ਇਹ ਹੁੰਦੀ ਹੈ ਕਿ ਫਰਜ਼ ਕਰੋ ਤੁਸੀਂ ਕਿਸੇ ਦੀ ਗੱਲ ਨਹੀਂ ਮੰਨਣੀ, ਗੁਰੂ ਦੀ ਕਿਰਪਾ ਨਾਲ ਮਾਤਰ ਬੜੀ ਦੇ ਡਿਪਟੀ ਕਮਿਸ਼ਨਰ ਦੇ ਅਹੁਦੇ 'ਤੇ ਰਹਿ ਜਾ, ਕਿਤੇ ਕਮਿਸ਼ਨਰ ਵੀ ਬਣ ਗਏ, ਤਾਂ ਉਹ ਇਹ ਨਹੀਂ ਵੀ ਮੇਰੇ ਜਿੱਥੇ ਜ਼ਿਲ੍ਹਾ ਸੀ ਉੱਥੇ ਹੁੰਦਾ ਸੀ ਤੇ ਜਾਂ ਦੂਜਿਆਂ 'ਚ ਨਹੀਂ ਸੀ ਹੁੰਦਾ, ਤੇ ਜਾਂ ਦੂਜਿਆਂ 'ਚ ਹੁੰਦਾ ਸੀ ਤੇ ਮੇਰੇ 'ਚ ਨਹੀਂ ਸੀ ਹੁੰਦਾ। ਉੱਥੇ ਸਾਡੀ ਜਿਹੜੀਆਂ ਇਹਨਾਂ ਐਜੀਟੇਸ਼ਨਸ ਲਈ ਅਪਰੋਚ ਹੁੰਦੀ ਹੈ ਨਾ, ਰਿਐਕਸ਼ਨ ਹੁੰਦਾ, ਉਹ ਨੈਗੇਟਿਵ ਮੈਨੇਜਮੈਂਟ ਹੁੰਦੀ ਹੈ। ਉਹਦੇ ਅਸੀਂ ਹੱਲ ਵੱਲ ਨੂੰ ਨਹੀਂ ਜਾ ਰਹੇ ਹੁੰਦੇ, ਅਸੀਂ ਉਦੋਂ ਇਸ ਪਾਸੇ ਵੱਲ ਨੂੰ ਜਾ ਰਹੇ ਹਾਂ ਕਿ ਬੱਸਾਂ ਦਾ ਕਿਰਾਇਆ ਜੇ ਵਧਿਆ ਤੇ ਅਸੀਂ ਬੜੇ ਸਿਆਣੇ ਹਾਂ, ਅਸੀਂ ਸੋਚ ਕੇ ਵਧਾਇਆ, ਤੇ ਅਸੀਂ ਡੀਜ਼ਲ ਦਾ ਤਾਂ ਮੁੱਲ ਵਧਾਇਆ ਨਹੀਂ, ਘਟਾਇਆ ਨਹੀਂ, ਤੇ ਅਸੀਂ ਬੱਸਾਂ ਦਾ ਕਿਰਾਇਆ ਵਧਾਤਾ। ਤਾਂ ਉਹ ਜਿਹੜੀ ਜ਼ਿੱਦਪਣਾ ਨਾ, ਜ਼ਿੱਦ ਹੈ, ਉਹ ਹਿੰਡ ਹੈ। ਜੇ ਉਹ ਹਿੰਡ ਹੈ ਤਾਂ ਫਿਰ ਤਾਂ ਟੇਬਲ ਟਾਕਸ ਵੀ ਫੇਲ ਹੋਣਗੀਆਂ ਵੀਰ, ਤੇ ਪਤਾ ਨਹੀਂ ਹਾਲਾਤ ਕੀ ਹੋਣਗੇ। ਅਲਾਮਾ ਇਕਬਾਲ ਦੇ ਸ਼ਬਦਾਂ 'ਚ ਵਤਨ ਕੀ ਫਿਕਰ ਕਰ ਨਾਦਾਂ ਮੁਸੀਬਤ ਆने ਵਾਲੀ ਹੈ,
तेरी बर्बादियों के चर्चे आसमानों में है। ਹੁਣ ਤੁਸੀਂ ਦੇਖੋ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹ ਮਸਲਾ ਪਹੁੰਚਿਆ ਤੇ ਇਹਦੇ ਵਿੱਚ ਮਤਲਬ ਕੋਈ ਨਾ ਕੋਈ ਨੁਕਸ ਉਹਨਾਂ ਲੋਕਾਂ ਨੂੰ ਹੀ ਲੱਗਦਾ ਹੋਊਗਾ, ਸਾਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ, ਆੜ੍ਹਤੀਆਂ ਨੂੰ, ਮਜ਼ਦੂਰਾਂ ਨੂੰ ਕੁਛ ਤਾਂ ਗੱਲ ਲੱਗਦੀ ਹੋਊਗੀ ਨਾ ਵੀ ਇਹਦੇ 'ਚ ਕੋਈ ਖਰਾਬੀ ਹੋਈ ਹੈ। ਤਾਂ ਉਹ ਤੁਹਾਡੇ ਤੇ ਵੋਟ ਬੈਂਕ ਦੀ ਗੱਲ ਕੀਤੀ ਸੀ, ਉਹ ਬਿਲਕੁਲ ਸਹੀ ਲੱਗ ਰਿਹਾ ਕਿ ਇੱਕ ਅਲਟੀਮੇਟਲੀ ਨੈਗੇਟਿਵ ਮੈਨੇਜਮੈਂਟ ਰਾਹੀਂ ਪਹਿਲਾਂ ਇਹਨਾਂ ਨੂੰ ਦਬਾਅ ਪਾ ਕੇ ਫਿਰ ਇਹਨਾਂ ਨੂੰ ਇਹ ਕਹਿ ਕੇ ਕਿ ਅਸੀਂ ਤੁਹਾਡੇ ਮਸੀਹ ਹਾਂ, ਤੁਹਾਨੂੰ ਬਚਾਵਾਂਗੇ, ਅਖੀਰ ਨੂੰ ਇਹ ਵੋਟ ਦੀ ਰਾਜਨੀਤੀ 'ਤੇ ਗੱਲ ਮੁੱਕਣੀ ਹੈ। ਅੱਛਾ, ਤੁਸੀਂ ਇੰਨਾ ਸਾਹਿਤ ਪੜ੍ਹਿਆ, ਇੰਨੀ ਹਿਸਟਰੀ ਪੜ੍ਹੀ ਔਰ ਖੁਦ ਹੀ ਬਹੁਤ ਚੌਧਿਆਂ 'ਤੇ ਰਹਿ ਗਏ ਨੇ, ਇਹ ਜਦ ਲੋਕ ਅੰਦੋਲਨ ਜਾਂ ਲੋਕ ਘੋਲ ਬਣਦੇ ਨੇ, ਇਹ ਜਿਹੜੀ ਹਿੰਡ ਤੇ ਆਕੜ ਹਕੂਮਤਾਂ ਦੀ ਭੰਨੀ ਗਈ ਹੈਗੀ ਜੀ। ਦੇਖੋ ਜਿਹੜੀ ਈਗੋ ਹੈ ਨਾ, ਵੈਸੇ ਤਾਂ ਬੰਦੇ 'ਚ ਜਨਮ ਜਾਤੀ ਹੈ, ਪਰ ਜਿੰਨਾ ਵੱਡੇ ਦਾ ਬੰਦੇ ਦਾ ਰੁਤਬਾ ਉੱਚਾ ਹੋ ਜਾਂਦਾ ਹੈ ਤੇ ਗ੍ਰੰਥ ਵੇਦ ਕਿਤਾਬਾਂ ਸਾਡੀਆਂ ਕਦਰਾਂ ਕੀਮਤਾਂ ਤਾਂ ਇਹ ਕਹਿੰਦੀਆਂ ਕਿ ਓਨਾ ਹੀ ਉਸ ਨੂੰ ਦਰਿਆ ਦਿਲ ਹੋ ਜਾਣਾ ਚਾਹੀਦਾ, ਸੁਹਿਰਦ ਹੋ ਜਾਣਾ ਚਾਹੀਦਾ। ਪਰ ਨਹੀਂ, ਜਿਹੜਾ ਐਕਚੁਅਲੀ ਹੁੰਦਾ ਹੈ, ਜਿਹਨੂੰ ਕਹਿੰਦੇ ਨਾ ਪਾਵਰ ਕਰਪਟਸ ਏ ਮੈਨ, ਐਬਸੋਲੂਟ ਪਾਵਰ ਮੇਕਸ ਹਿਮ ਮੋਸਟ ਕਰਪਟ ਜਾਂ ਮੇਕ ਹਿਮ ਟੋਟਲੀ ਕਰਪਟ। ਤਾਂ ਇਹ ਜਿਹੜੀ ਪਾਵਰ ਹੈ ਨਾ ਮੇਰੇ ਵੀਰ, ਇਹ ਜਿਵੇਂ ਫਰਕ ਕਰੋ ਤੁਹਾਡੀ ਡੈਮੋਕ੍ਰੇਸੀ 'ਚ ਪਾਵਰ ਹੈ 2/3 ਮੈਜੋਰਟੀ, ਐਬਸੋਲੂਟ ਮੈਜੋਰਟੀ। ਇਹਦੇ 'ਚ ਇਹ ਵੀ ਇੱਕ ਸਾਈਕੋਲੋਜੀਕਲੀ ਮਾਨਸਿਕ ਤੌਰ ਦੇ ਉੱਤੇ ਇੱਕ ਈਗੋ ਦਾ ਇੰਨਾ ਇਨਫਲੇਸ਼ਨ ਹੋ ਜਾਂਦੀ ਹੈ ਕਿ ਬੰਦਾ ਸੁਣਨ ਨੂੰ ਤਿਆਰ ਹੀ ਨਹੀਂ ਹੁੰਦਾ। ਪਰ ਜਦੋਂ ਲੋਕ ਕਹਿੰਦੇ ਉੱਠਦੇ ਹੈਗੇ ਨੇ, ਮਿਸਰ ਦੀਆਂ ਐਗਜ਼ਾਮਪਲਾਂ ਬਹੁਤ ਸਾਰੀਆਂ ਐਗਜ਼ਾਮਪਲਾਂ ਹੈਗੀਆਂ। ਅਗਰ ਇੰਡੀਆ ਦੀ ਗੱਲ ਕੀਤੀ ਜਾਵੇ ਤੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਹਾਰ ਗਈ ਸੀ ਜੀ। ਦੇਖੋ, ਜੇ ਤੁਸੀਂ ਉਹਨਾਂ ਐਗਜ਼ਾਮਪਲ 'ਤੇ ਜਾਣਾ, ਉਹਨਾਂ ਨਤੀਜਿਆਂ 'ਤੇ ਜਾਣਾ ਤੇ ਉਹਨਾਂ ਤੋਂ ਤਾਂ ਫਿਰ ਸਬਕ ਸਿੱਖਣ ਦੀ ਲੋੜ ਹੀ ਹੈ ਨਾ। ਮੈਂ ਹੁਣ ਇਹ ਤਾਂ ਨਹੀਂ ਕਹਿੰਦਾ ਵੀ ਉਹ ਇਹਨਾਂ ਨੂੰ ਹਾਰਨਾ ਪਿਆ ਤੇ ਇਹ ਨਹੀਂ ਹਾਰਨਗੇ, ਮੈਂ ਇਹ ਨਹੀਂ ਕਹਿੰਦਾ, ਪਰ ਮੈਂ ਕਹਿੰਦਾ ਉਹਨਾਂ ਤੋਂ ਪਹਿਲਾਂ ਹੀ ਸਬਕ ਸਿੱਖ ਲਓ। ਇੰਨਾ ਬਲੱਡ ਸ਼ੈਡ ਤੋਂ ਬਾਅਦ ਜੇ ਸਭ ਕੁਝ ਗਵਾ ਕੇ ਹੋਸ਼ में ਆਏ ਤਾਂ ਕਿਆ ਕੀਆ। ਪਰ ਇਹ ਫਿਰ ਕਿਉਂ ਕਹਿੰਦੇ ਹੈਗੇ ਨੇ ਕਿ ਬਾਏ ਦਾ ਪੀਪਲ, ਆਫ ਦਾ ਪੀਪਲ, ਫॉर ਦਾ ਪੀਪਲ, ਕਿਉਂ ਕਹਿੰਦੇ ਹੈਗੇ ਨੇ ਫਿਰ ਇੰਡੀਆ ਦੇ ਵਿੱਚ? ਜੇ ਲੋਕਾਂ ਦੇ ਹਿਸਾਬ ਦੇ ਨਾਲ ਹੀ ਚੱਲਣਾ ਹੈਗਾ ਜਾਂ ਲੋਕਾਂ ਨੂੰ ਸਿਰਫ ਦਬਾਉਣਾ ਤੇ ਕੁਚਲਣਾ ਹੈਗਾ? ਨਹੀਂ, ਉਹ ਜੋ ਕਹਿੰਦੇ ਉਹ ਤਾਂ ਸੰਵਿਧਾਨ 'ਚ ਲਿਖਿਆ, ਉਹ ਕਹਿੰਦੇ ਤੇ ਤੁਸੀਂ ਇਹ ਕਹੋ ਵੀ ਫਿਰ ਉਹਦੇ ਤੇ ਚੱਲਦੇ ਕਿਉਂ ਨਹੀਂ? ਉਹਦੇ ਤੇ ਚੱਲਦੇ ਇਸ ਲਈ ਨਹੀਂ ਮੇਰੇ ਵੀਰ ਕਿ ਇਹ ਸੰਵਿਧਾਨ ਨਾਲ ਵੱਡੇ ਬਣਦੇ, ਠੀਕ ਹੈ, ਹੁਕਮਰਾਨੀ ਨੂੰ ਵੱਡਾ ਸਮਝਦੇ। ਤਾਂ ਇਹ ਸਾਰੀ ਜਿਹੜੀ ਗੱਲ ਹੈ, ਤੁਸੀਂ ਮੇਰੇ ਨਾਲ ਕਿਤੇ ਕਾਟ ਜੂ ਦੇ ਤੁਹਾਡੇ ਕੋਲ ਕੋਈ ਮੇਰਾ ਖਿਆਲ ਹੈ ਉਹਨਾਂ ਨੇ ਟਵੀਟ ਕੀਤਾ ਹੈ, ਉਹਦੀ ਗੱਲ ਕਰੋਗੇ? ਨਹੀਂ, ਮੈਂ ਉਸ ਤੇ ਆਵਾਂਗਾ ਕਿ ਕਿਉਂਕਿ ਉਹ ਇਹਦੀ ਤਰਜਮਾਨੀ ਕਰਦੀ, ਤੁਹਾਡੇ ਸਵਾਲ ਦਾ ਜਵਾਬ ਉਹ ਦਿੰਦੀ ਹੈ। ਨਹੀਂ, ਉਹਦੇ 'ਚ ਜਸਟਿਸ ਮਾਰਕੀਟ ਨੇ ਕਾਟਜੂ ਨੇ ਕਿਹਾ ਕਿ ਜੇ ਅੱਜ ਲੋਕ ਇਹ ਸਮਝ ਰਹੇ ਨੇ, ਉਹਨਾਂ ਦਾ ਇਸ਼ਾਰਾ ਤੇ ਮੌਜੂਦਾ ਕਾਬਜ਼ੇ ਧਿਰ ਜੀ ਸੈਂਟਰ 'ਚ, ਕਿ ਸਿਰਫ ਪੰਜਾਬ ਦੇ ਲੋਕਾਂ ਨੂੰ ਤਕਲੀਫ ਆ, ਬਾਕੀ ਜਿਹੜੇ ਦੇਸ਼ ਨੂੰ ਕੋਈ ਤਕਲੀਫ ਨਹੀਂ। ਤਾਂ ਉਹਨਾਂ ਐਗਜ਼ਾਮਪਲ ਦਿੱਤੀ ਕਿ ਇਹ ਲੋਕ ਭੁੱਲ ਗਏ ਨੇ ਕਿ ਜੇ ਫਾਂਸੀ ਦੇ ਅੰਗਰੇਜ਼ਾਂ ਵੇਲੇ 73 ਪੰਜਾਬੀ ਸੀ ਤੇ ਜਿਨ੍ਹਾਂ ਉਮਰ ਕੈਦ ਕੱਟੀ ਤੇ ਉਹਦੇ 'ਚੋਂ ਵੀ 99% ਪੰਜਾਬੀ ਸੀ। ਤੇ ਜਦੋਂ ਇਹ ਉਦੋਂ ਅੰਗਰੇਜ਼ ਸੋਚ ਲੈਂਦੇ ਕਿ ਪੂਰੇ ਹਿੰਦੁਸਤਾਨੀਆਂ ਦੇ ਗੁਲਾਮੀ ਕਬੂਲ ਕਰ ਲਈ ਤੇ ਪੰਜਾਬੀਆਂ ਨੇ ਉਹਨੂੰ ਕੀਤੀ ਹੈਗੀ। ਇਹ ਜਿਹੜਾ ਉਹਨਾਂ ਦਾ ਕਹਿਣ ਦਾ ਜਿਹੜਾ ਲਹਿਜ਼ਾ ਹੈਗਾ, ਜਿਹੜਾ ਉਹਨਾਂ ਇਤਿਹਾਸ ਦਾ ਹਵਾਲਾ ਦਿੱਤਾ ਹੈਗਾ, ਉਹ ਕੀ ਇਸ਼ਾਰਾ ਕਰਦਾ ਹੈਗਾ ਜੀ? ਉਹ ਇਹ ਇਸ਼ਾਰਾ ਕਰਦਾ ਹੈ ਕਿ ਕਿਸਾਨ ਜਿਹਦਾ ਨਾਂ ਕਿਸਾਨੀ ਹੈ ਜੀ, ਕਿਉਂਕਿ ਸਾਡਾ ਖੇਤੀ ਪ੍ਰਧਾਨ ਰਾਜ ਹੈ, ਰਾਜ ਹੀ ਨਹੀਂ ਸਾਰਾ ਦੇਸ਼ ਹੀ ਖੇਤੀ ਪ੍ਰਧਾਨ ਹੈ। ਤਾਂ ਇਹਦੇ ਵਿੱਚ ਕਿਸਾਨ ਤੇ ਕਿਸਾਨੀ ਇੱਕ ਹੋ ਜਾਂਦੇ ਆ। ਤਾਂ ਉਸ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਸ ਦੇ ਨਾਲ ਇੱਕ ਤਾਂ ਉਸ ਖਿੱਤੇ ਨੂੰ ਇਗਨੋਰ ਕੀਤਾ ਗਿਆ, ਇਹ ਸਮਝਦੇ ਹੋਏ ਕਿ GDP ਦੇ ਵਿੱਚ ਇਹਨਾਂ ਦਾ ਕੋਈ ਬਹੁਤ ਵੱਡਾ ਹੱਥ ਨਹੀਂ। ਨੰਬਰ 1। ਨੰਬਰ 2, ਕਿਸਾਨ ਨੂੰ ਆਮ ਸਿਟੀਜ਼ਨ ਨੂੰ ਅਲੱਗ ਕਰਕੇ ਦੇਖਿਆ ਗਿਆ। ਜੇ ਮੈਂ ਤਨਖਾਹਦਾਰ ਬੰਦਾ ਹਾਂ, ਸਾਰੀ ਉਮਰ ਤਨਖਾਹਦਾਰ ਰਿਹਾ, ਤਾਂ ਮੇਰਾ ਤਾਂ DA ਵੱਧ ਗਿਆ ਮੇਰੇ ਵੀਰ 145%। ਤਨਖਾਹ ਜਿਹੜੀ ਮੇਰੀ 1970 ਦੇ ਵਿੱਚ ਸੀ ਨਾ, ਉਸ ਨਾਲ ਮੇਰੀ ਤਨਖਾਹ 145% ਤੋਂ ਲੈ ਕੇ ਕੁਛ ਵਰਗਾਂ ਦੀ ਜਿਹੜੀ ਤਨਖਾਹ ਉਹ 245% ਤੱਕ ਵਧ ਗਈ ਜੀ। ਤੇ ਜੇ ਕਣਕ ਦੀ ਗੱਲ ਹੋ ਤਾਂ 76 ਰੁਪਏ ਕਲਿਆਣ ਕਣਕ ਹੁੰਦੀ ਸੀ, ਉਦੋਂ ਡਵਾਰਫ ਕਣਕਾਂ ਆਈਆਂ ਸੀ, ਦੇਸੀ ਕਣਕਾਂ ਦਾ ਜ਼ਮਾਨਾ ਖਤਮ ਹੋਇਆ ਸੀ, ਗ੍ਰੀਨ ਰੈਵੋਲੂਸ਼ਨ ਦੀ ਗੱਲ ਹੈ। ਉਹ 76 ਤੋਂ 2015 ਦੀ ਫਿਗਰ ਹੈ, ਗਵਰਨਮੈਂਟ ਦੀ ਆਪਣੀ ਫਿਗਰ, ਉਹਦੇ ਵਿੱਚ ਉਹਦਾ ਸਾਰਾ 30 ਗੁਣਾ ਇਜ਼ਾਫਾ ਹੋਇਆ, 1450 ਤੱਕ ਪਹੁੰਚੀ। ਅੱਜ ਸਵਾਮੀਨਾਥਨ ਦੀ ਰਿਪੋਰਟ ਕਹਿੰਦੀ ਹੈ ਇੱਕ ਲਾਈਨ ਕਿ
ਜਿਸ ਨੂੰ ਇਹ ਲਾਗੂ ਕਰਨਾ ਸਾਰੇ ਕਹਿੰਦੇ ਰਹੇ। ਪਹਿਲਾਂ ਡਾਕਟਰ ਮਨਮੋਹਨ ਸਿੰਘ ਹੋਏ, ਗਵਰਨਮੈਂਟ ਕਾਂਗਰਸ ਕਹਿੰਦੀ ਰਹੀ, ਹੁਣ ਇਹ ਕਹਿੰਦੇ ਰਹੇ। ਮੈਨੀਫੈਸਟੋ 'ਚ ਇਹਨਾਂ ਨੇ ਕਿਹਾ ਅਸੀਂ ਲਾਗੂ ਕਰ ਰਹੇ। ਉਹਦੇ ਮੁਤਾਬਿਕ ਇੱਕ ਲਾਈਨ ਹੈ ਕਿ ਅੱਜ ਕਣਕ ਦੀ ਜਿਹੜੀ ਕੀਮਤ ਤੁਸੀਂ 1850 1950 ਤੇ ਤੁਰੇ ਫਿਰਦੇ ਹੋ ਨਾ, ਲੈਵੀ ਕੱਟ ਕੇ 1700 ਰਹਿ ਜਾਂਦੀ ਹੈ। ਤਾਂ ਉਸ ਦਾ ਸਾਰਾ ਜਿਹੜਾ ਹੈਗਾ ਹੁਣ ਅੱਜ ਮੁੱਲ ਤੁਹਾਨੂੰ 7000 ਤੋਂ ਲੈ ਕੇ ਤੇ 7500 7400 ਤੱਕ ਮਿਲਣਾ ਚਾਹੀਦਾ। ਤਾਂ ਇਹ ਸਰਕਾਰਾਂ ਵੱਲੋਂ ਇਗਨੋਰ ਕਰਨਾ ਖੇਤੀ ਦੇ ਖਿੱਤੇ ਨੂੰ, ਔਰ ਇਗਨੋਰ ਹੀ ਨਹੀਂ ਕਰਨਾ, ਆਸਾਨ ਫਰਾਮੋਸ਼। ਫਿਰ ਮੈਂ ਸ਼ਬਦ ਦੁਹਰਾਉਣਾ ਐਡਹੌਕਿਜ਼ਮ, ਕਿ ਜਦੋਂ ਕਿਸਾਨੀ ਨੂੰ ਕਿਤੇ ਉਹਨੂੰ ICU ਦੇ ਵਿੱਚ ਪਈ ਹੋਈ ਹੈ, ਉਹਨੂੰ ਕਦੇ ਦੇ ਦਿਓ ਸਬਸਿਡੀਆਂ, ਕਦੇ ਉਸ ਨੂੰ ਦੇ ਦਿਓ ਜੀ ਫ੍ਰੀ ਪਾਵਰ। ਅਤੇ ਹੁਣ ਤਾਂ ਨਾਲ ਇੱਕ ਇਲੈਕਟ੍ਰਿਸਿਟੀ ਪਾਵਰ ਬਿੱਲ ਵੀ ਆਉਣ ਲੱਗਾ। ਜੇ ਉਹ ਆ ਗਿਆ ਤਾਂ ਮੇਰਾ ਖਿਆਲ ਹੈ ਭੋਗ ਛੇਤੀ ਪੈ ਜਾਏ ਹੋਏ। ਇਹ ਕੀ ਲੱਗਦਾ ਕਿ ਜਿਹੜਾ ਕਿਸਾਨ ਉਹਨੇ ਭੁੱਖੇ ਰਹਿ ਕੇ ਤੇ ਦੇਸ਼ ਦਾ ਢਿੱਡ ਭਰਿਆ ਹੈਗਾ, ਆਪ 'ਚ ਉਹਨੇ ਹਾੜੀ ਸੋਹਣੀ ਪੈਸੇ ਦੇਖਣੇ ਹੁੰਦੇ ਨੇ, ਲੇਕਿਨ ਉਹ ਦੇਸ਼ ਦਾ ਢਿੱਡ ਭਰਿਆ, ਖੇਤਾਂ 'ਚ ਕਿਸਾਨ ਮਰ ਰਿਹਾ ਹੈਗਾ ਜੀ, ਤੇ ਬਾਰਡਰ ਦੇ ਕਿਸਾਨਾਂ ਦੇ ਪੁੱਤ। ਹਾਂ, ਇਹਦੇ ਲਈ ਵੀਰੇ ਉਹੀ ਹੈ ਵੀ ਜਿਹੜਾ ਕਿਸਾਨ ਅੱਜ ਇੱਕੋ ਹੀ ਗੱਲ ਕਹਿੰਦਾ। ਕਿਸਾਨ ਨੇ ਵੀ ਨਾ, ਵੈਸੇ ਮੈਂ ਤੁਹਾਨੂੰ ਦੱਸਾਂ, ਸਾਰੀ ਉਮਰ ਇਹਦੀ ਇੱਕ ਕਿਸਾਨੀ ਦੀ, ਜੱਟ ਦਾ ਪੁੱਤ ਹੈ ਨਾ, ਤੇ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ। ਇਸ ਨੇ ਵੀ, ਔਰ ਇਹਦੇ 'ਤੇ ਐਲੀਗੇਸ਼ਨ ਵੀ ਹੈ ਕਿ ਇਸ ਨੇ ਕਦੇ ਬੁੱਧੀਮਤਾ ਨਾਲ ਕਿਸਾਨੀ ਨਹੀਂ ਕੀਤੀ, ਇਹਨੇ ਕਦੇ ਇਕਨੋਮਿਕ ਵਾਇਬਿਲਿਟੀ ਦੇਖੀ ਨਹੀਂ। ਅੱਛਾ, ਕਿਹਾ ਜਾਂਦਾ ਵੀ ਇਹ ਜਦੋਂ ਉਹਦੇ ਕੋਲ ਧਨ ਆ ਜਾਂਦਾ ਹੈ, ਕੋਈ ਚੰਗੀ ਫਸਲ ਆ ਜਾਂਦੀ ਹੈ, ਤੇ ਪੁਰਾਣੇ ਵੇਲਿਆਂ 'ਚ ਤਾਂ ਕਤਲ ਕਰ ਦਿੰਦੇ ਹੁੰਦੇ ਸੀ ਸੋਚ ਕੇ ਵੀ ਐਤਕੀ ਯਾਰ ਨਰਮਾ ਬੜਾ ਹੋਇਆ। ਸਾਡੇ ਮਾਲਵੇ 'ਚ, ਬਠਿੰਡਾ ਫਿਰੋਜ਼ਪੁਰ ਲਈ ਮਸ਼ਹੂਰ ਸੀ। ਹੁਣ ਉਹ ਵਿਆਹ ਸ਼ਾਦੀਆਂ 'ਚ ਤੇ ਹੁਣ ਉਹ ਮੋਟਰਸਾਈਕਲਾਂ 'ਚ ਤੇ ਵੱਡਿਆਂ ਜਲਵਿਆਂ 'ਚ ਕਿਸਾਨ ਦਾ ਪੁੱਤ ਪਿਆ ਹੋਇਆ। ਇਹ ਦੂਸ਼ਣਬਾਜ਼ੀ ਕਿਸੇ ਹੱਦ ਤੱਕ ਸਹੀ ਵੀ ਹੈ, ਪਰ ਕੁੱਲ ਮਿਲਾ ਕੇ ਜੇ ਮੈਂ ਦੇਖਿਆ ਜਾਵੇ ਤਾਂ ਕਿਸਾਨ ਦੀ ਚੱਲ ਹੋਊ ਦੀ ਜਿਹੜੀ ਨੀਤੀ ਸੀ, ਲਾਪਰਵਾਹੀ, ਬੇਪਰਵਾਹੀ ਵੀ ਹੈਗੀ ਹੈ ਵੀ ਕੋਈ ਫਿਕਰ ਨਹੀਂ ਪੰਜਾਬ ਦੇ ਕਿਸਾਨ ਨੂੰ। ਕਿਉਂਕਿ ਲਾਪਰਵਾਹੀ ਕਿਉਂ, ਬੇਪਰਵਾਹੀ ਉਹ ਕਹਿ ਰਿਹਾ ਕਿ ਜੇ ਸਟੱਡੀ ਇਹ ਕਹਿ ਰਹੀ ਕਿ ਸਰਕਾਰ ਦਾ ਇੱਕ ਪੀਐਨ, ਉਹ ਜਿਹੜਾ 10 ਕਿੱਲਿਆਂ ਦਾ ਜੱਟ ਆ ਉਹਦੇ ਬਰਾਬਰ ਹੈਗਾ। ਜੇ ਇੱਕ ਪੀਐਨ ਦਾ ਮੁੰਡਾ ਬੁਲਟ ਮੋਟਰਸਾਈਕਲ ਰੱਖ ਸਕਦਾ, ਤੇ ਫਿਰ ਕਿਸਾਨ ਦਾ ਮੁੰਡਾ ਬੁਲਟ ਮੋਟਰ ਕਿਉਂ ਨਹੀਂ ਰੱਖ ਸਕਦਾ? ਲਾਪਰਵਾਹੀ ਇਹ ਕਿ ਜਦੋਂ ਇਹਨਾਂ ਨੂੰ ਸਰਕਾਰ ਨੇ ਡਾਈਵਰਸੀਫਿਕੇਸ਼ਨ ਲਈ ਕਿਹਾ, ਤੇ ਇਹਨਾਂ ਨੇ ਜੇ ਪਹਿਲਾਂ ਸਫੇਦੇ ਲਾਏ ਅੱਜ ਤੋਂ 20-25 ਸਾਲ ਪਹਿਲਾਂ, ਤੇ ਰੀਸੋ ਰੀਸ ਸਾਰੀ ਪੰਜਾਬ ਦੀ ਜ਼ਮੀਨ 'ਚ ਸਾਰੀ ਉਹ ਜ਼ਮੀਨ ਕੇ ਤੀਜੇ ਹਿੱਸੇ 'ਚ, ਚੌਥੇ ਹਿੱਸੇ 'ਚ, ਅੱਧ 'ਚ ਸਫੇਦੇ ਲਾਤੇ। ਜੇ ਝੋਨੇ ਲਾਉਣ ਲੱਗੇ ਆ ਤਾਂ ਬਠਿੰਡੇ ਦੇ ਟਿੱਬਿਆਂ 'ਚ ਵੀ ਝੋਨੇ ਲਾਤੇ। ਤੇ ਇੱਕ ਲਾਪਰਵਾਹੀ ਹੈ, ਜ਼ਿਮੀਂਦਾਰ ਨੇ ਸਮਝਿਆ ਨਹੀਂ ਕਿ ਭਾਈ ਇੱਕ ਦਿਨ ਜਦੋਂ ਇਹਨਾਂ ਨੇ ਵਿਸ਼ਵਾਸ ਕੀਤਾ, ਉਹਨਾਂ ਦਾ ਵਿਸ਼ਵਾਸ ਕੀਤਾ, ਖੋਟੀ ਤੇ ਸਰਕਾਰ ਨਿਕਲੀ। ਉਹਨਾਂ ਸੂਰਜਮੁਖੀ ਲਾਤਾ, ਉਹਨਾਂ ਨੇ ਪਪੂਲਰ ਲਾਤਾ, ਉਹਨਾਂ ਨੇ ਸਫੈਦੇ ਲਾਤੇ, ਉਹਨਾਂ ਨੇ ਗੰਨਾ ਲਾਤਾ। ਔਰ ਇਹਨਾਂ ਨੇ ਜਿਹੜਾ ਉਹਦੀ MSP ਸੀ, ਜਿਹੜੇ 19 ਫਸਲਾਂ ਦੀ MSP ਹੈ, ਤੇ ਇਹ ਝੋਨੇ ਦੇ ਉਹਨੂੰ ਦੇ ਕੇ ਤੇ ਕਹਿੰਦੇ ਜੀ ਹਮ ਦੇ ਰਹੇ ਹਾਂ, ਦੇਂਗੇ। ਤੇ ਜਿਹੜੀਆਂ ਬਾਕੀ 19 ਹੈ ਉੱਥੇ ਆ ਕੇ ਫਿਰ ਸਰਕਾਰ ਦੀ ਬਦਨੀਤੀ ਜਾਂ ਸਰਕਾਰ ਦੀ ਫੇਲਿਅਰ। ਨਹੀਂ, ਡਿਵਰਸੀਫਿਕੇਸ਼ਨ ਕਿਸਾਨ ਨੇ ਤੇ ਐਕਸਪੈਰੀਮੈਂਟ ਕੀਤੇ ਨੇ, ਪਰ ਜੇ ਤੁਸੀਂ ਮਾਰਕੀਟਿੰਗ ਨਹੀਂ ਦਿੱਤੀ, ਭਾਅ ਨਹੀਂ ਚੰਗੇ ਦਿੱਤੇ, ਤੇ ਕਿਸਾਨ ਤੇ ਫਿਰ ਹਾਰ ਕੇ ਉਹਨੂੰ ਪਤਾ ਜ਼ਿਮੀਂਦਾਰ ਕਿ ਮੈਨੂੰ ਸਾਲ ਦਾ ਕਣਕ ਝੋਨੇ 'ਚ 50-52 ਬਚ ਜਾਣਾ। ਹਾਂ, ਇਹ ਡਿਬੇਟ ਮੈਂ ਤੁਹਾਡੇ ਨਾਲ ਨਾ ਕਰਨ ਜੋਗਾ, ਨਾ ਕਰ ਸਕਦਾ, ਨਹੀਂ, ਕਿਉਂਕਿ ਮੈਂ ਵੀ ਤੁਹਾਡੇ ਨਾਲ ਸਹਿਮਤ ਹੈ ਕਿ, ਪਰ ਜਿਹੜਾ ਮੇਰਾ ਇੱਕ ਪੁਆਇੰਟ ਹੈ ਨਾ ਕਿ ਕਿਸਾਨ ਨੇ ਨਿੱਠ ਕੇ ਕਦੇ ਆਪਣੇ ਆਪ ਦੇ ਖੇਤੀ ਦੇ ਸੁਧਾਰ ਦੀ ਗੱਲ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਤੇ ਹਾਂ, ਕੀਤੀ ਕਿਉਂ ਨਹੀਂ? ਮੈਂ MD ਸ਼ੂਗਰ ਫੈਡ ਰਿਹਾ ਭਾਜੀ, ਤੇ MD ਸ਼ੂਗਰ ਫੈਡ ਦੇ ਵਿੱਚ ਕੇਨ ਵੱਲ ਨੂੰ ਜਾਣ ਲਈ 2-2 3-3 ਫਸਲਾਂ ਦਾ ਬਕਾਇਆ ਖੜਾ ਰਹਿੰਦਾ। ਅੱਜ ਵੀ 200 ਕਰੋੜ ਰੁਪਏ ਦੇ ਕਰੀਬ ਕਿ ਸਰਕਾਰ ਵੱਲ ਕਿਸਾਨਾਂ ਦਾ ਗੰਨੇ ਦਾ ਪਿਆ, ਤੇ ਉਹ ਡਾਈਵਰਸੀਫਿਕੇਸ਼ਨ ਕਿਵੇਂ ਹੋਊਗੀ? ਬਿਲਕੁਲ ਸਹੀ ਹੈ। ਅੱਛਾ, ਇੱਕ ਹੋਰ ਮੈਨੂੰ ਸਵਾਲ ਆ ਕਿ ਤੁਹਾਨੂੰ ਲੱਗਦਾ ਕਿ ਹੁਣ 3 ਤਰੀਕ ਨੂੰ ਮੀਟਿੰਗ ਹੋਣੀ ਆ ਜੀ, ਇਹਦਾ ਹੱਲ ਨਿਕਲਦਾ ਤੁਹਾਨੂੰ ਲੱਗਦਾ ਹੈਗਾ ਕਿ ਅਗਰ ਸਰਕਾਰ, ਕਿਸਾਨ ਕਹਿ ਰਿਹਾ ਕਿ MSP ਇੱਕ ਲਾਈਨ ਲਿਖੀ ਜਾਵੇ ਕਿ MSP ਰਹੇਗੀ ਜਾਂ ਸਰਕਾਰੀ ਖਰੀਦ ਜਾਰੀ ਰਹੇਗੀ, ਸਾਰੇ ਕਹਿੰਦੇ ਕਿ ਜੇ 3 ਬਿੱਲ ਪਾਸ ਕਰਤੇ, ਇੱਕ ਲਾਈਨ ਲਿਖਣ ਤੋਂ ਸਰਕਾਰ ਕਿਉਂ ਡਰ ਰਹੀ ਹੈਗੀ? ਸਰਕਾਰ ਦੀ ਨੀਅਤ ਸਾਫ਼ ਆ ਕਿ ਅਸੀਂ MSP ਮਰ ਨਹੀਂ ਦੇਣੀ, ਸਰਕਾਰੀ ਖਰੀਦ ਇੱਦਾਂ ਹੀ ਰਹੇਗੀ, ਫਿਰ ਇੱਕ ਲਿਖਣ 'ਚ ਸਰਕਾਰ ਡਰਦੀ ਕਿਉਂ ਹੈ? ਉਹ ਇਹ ਹੈ ਕਿ ਸਰਕਾਰ ਨੂੰ ਇਹ ਹੌਸਲਾ ਹੈ ਕਿ ਇਹ ਅਸੀਂ ਲਾਗੂ ਕਰ ਦੇਣੇ ਹੈ।
ਤੇ ਜਿੱਦਣ ਸਰਕਾਰ ਦਾ ਇਹ ਹੌਸਲਾ ਪ੍ਰਮਾਤਮਾ ਕਰੇ ਪਸਤ ਹੋ ਜੇ ਤੇ ਇਹ ਲਾਈਨ ਐਡ ਹੋ ਜੂਗੀ। ਪਰ ਜਿਹੜੀ ਮੈਂ ਇੱਕ ਗੱਲ ਤੁਹਾਨੂੰ ਕਹਿ ਰਿਹਾ, ਕੋਈ ਬਹੁਤ ਮੈਂ ਸਿਆਣਾ ਬੰਦਾ ਨਹੀਂ ਹੈ। ਸਿਆਣਾ ਇਸ ਲਈ ਨਹੀਂ ਹੈ ਕਿ ਇੱਕ ਇੰਡੀਵਿਜੂਅਲ ਬੰਦਾ ਕਿੰਨਾ ਕੁ ਸਿਆਣਾ ਹੋ ਸਕਦਾ ਹੈ। ਜਿੱਥੇ ਆਵਾਮ ਦਾ ਮਸਲਾ ਹੈ ਉਹਨੂੰ ਮੈਂ ਸਾਰਿਆਂ ਨੂੰ ਇਕੱਲਾ ਨਹੀਂ ਬਹੁਤਾ ਸਮਝ ਸਕਦਾ। ਔਰ ਖ਼ਾਸ ਤੌਰ ਤੇ ਜਦੋਂ ਕਿ ਮੈਂ ਤਾਂ ਇੱਕ ਚਿੰਤਕ ਦੇ ਤੌਰ ਤੇ ਡਰਾਇੰਗ ਰੂਮ ਚਿੰਤਕ ਬਣ ਗਿਆ, ਕਿਸਾਨੀ ਤੋਂ ਦੂਰ ਹੋ ਚੁੱਕੇ ਨੇ, ਠੀਕ ਹੈ ਨਾ। ਤਾਂ ਉਸ ਦੇ ਵਿੱਚ ਇਹ ਜਿਹੜੀ ਇੱਕ MSP ਦੀ ਲਾਈਨ ਪਾਉਣ ਨਾਲ ਬਿਲਕੁਲ ਮਾਹੌਲ ਇਸ ਤਰ੍ਹਾਂ ਬਣ ਜਾਏਗਾ, ਗੱਲਬਾਤ ਲਈ ਆਉਣ ਵਾਲੇ ਸਮੇਂ ਦੇ ਵਿਚਾਰ ਵਟਾਂਦਰਿਆਂ ਲਈ ਤਿਆਰ ਹੋ ਜਾਊਗਾ। ਜੇ ਉਹ MSP ਦੀ ਲਾਈਨ ਨਹੀਂ ਪੈਂਦੀ ਤਾਂ ਉਹ ਇੱਕ ਕੈਟਾਲਿਸਟ ਬਣ ਕੇ ਕਿਸੇ ਬਹੁਤ ਵੱਡੀ ਦੁਖਾਂਤ ਦਾ ਵੀ ਸ਼ੁਰੂਆਤ ਹੋ ਸਕਦੀ ਹੈ। ਇਸ ਲਈ MSP ਦੀ ਲਾਈਨ ਪਾ ਦੇਣੀ ਚਾਹੀਦੀ ਹੈ, ਮੀਟਿੰਗਾਂ ਤੋਂ ਪਹਿਲਾਂ ਹੀ ਪਾ ਦੇਣੀ ਚਾਹੀਦੀ ਹੈ। ਇੱਕ ਜਿਹੜਾ ਕਿਸੇ ਪੁਰਾਣੇ ਕਾਲੇ ਧਨ ਵਾਲੇ ਨੇ ਜਿਨ੍ਹਾਂ ਕੋਲ ਇੱਕ ਬੰਦੇ ਨੂੰ ਇਹਨਾਂ ਨੇ 40 ਹਜ਼ਾਰ ਕਰੋੜ ਰੁਪਇਆ ਮਾਫ ਕਰਤਾ, ਉਦੋਂ ਤਾਂ ਡੈਫਿਸਿਟ ਫਾਈਨਾਂਸਿੰਗ ਹੋਈ ਨਹੀਂ, ਫਾਈਨਾਂਸ ਡੈਫਿਸਿਟ ਨਹੀਂ ਹੋਇਆ। ਇੱਕ ਬੰਦੇ ਦਾ 40 ਹਜ਼ਾਰ ਕਰੋੜ ਰੁਪਏ। ਤੇ ਦੂਜੇ ਬੰਨੇ ਜੇ ਕਿਸਾਨ ਨੂੰ ਕੋਈ ਇਨਸੈਂਟਿਵ ਦੇਣਾ ਪੈ ਰਿਹਾ, ਜੇ ਉਸ ਨੂੰ ਅੱਜ ਤੱਕ ਤੁਸੀਂ ਪ੍ਰਾਈਸ ਇੰਡੈਕਸ ਨਾਲ ਨਹੀਂ ਜੋੜਿਆ ਤਾਂ ਉਹਦੀ ਹਾਲਤ ਇਹ ਹੈ ਵੀ ਡੀਜ਼ਲ 2.5 ਰੁਪਏ ਵਾਲਾ 80 ਰੁਪਏ ਹੋ ਗਿਆ, ਤੇ ਜਿਹੜੀ ਉਹਦੀ ਕਣਕ ਹੈ ਉਹ ਆਪਾਂ ਗੱਲ ਕਰੀ ਜਾਂਦੇ ਹਾਂ 76 ਰੁਪਏ ਤੋਂ 1400 1500 ਤੱਕ ਆਈ ਹੈ। ਤਾਂ ਉਸ ਨੂੰ ਪ੍ਰਾਈਸ ਇੰਡੈਕਸ ਨਾਲ ਜੋੜੋ। ਦੋ ਗੱਲਾਂ ਹੋ ਗਈਆਂ। ਇੱਕ ਪਾਸੇ ਜ਼ਿਮੀਂਦਾਰ ਦੀ ਹਾਲਤ ਸੁਧਾਰਨ ਲਈ ਕੁਝ ਐਕਸ਼ਨ ਕਰੋ, ਐਕਸ਼ਨ ਸੋਚੋ ਕਰੋ, ਤੇ ਦੂਜੇ ਪਾਸੇ ਜਿਹੜਾ ਆਪਣਾ ਵਿਸ਼ਵਾਸ, ਆਪਣੀ ਕ੍ਰੈਡੀਬਿਲਿਟੀ ਬਣਾਉਣ ਲਈ ਅਖੀਰ ਦੇ ਵਿੱਚ ਮੈਂ ਇਹ ਗੱਲ ਕਹਾਂਗਾ ਕਿ ਸਰਕਾਰਾਂ ਨੂੰ ਚਾਹੀਦਾ ਕਿ ਕੋਈ ਪਹਿਲੇ ਇੰਨੇ ਜੁਮਲੇਬਾਜ਼ੀਆਂ 'ਚੋਂ, ਇੰਨੇ ਐਕਸ਼ਨ ਪਲਾਨਾਂ 'ਚੋਂ, ਉਹਨੂੰ ਐਕਸ਼ਨ ਪਲਾਨ ਕਹਿ ਲਓ, ਜੁਮਲੇਬਾਜ਼ੀ ਨਾ ਕਹੋ, ਠੀਕ ਹੈ, ਉਹਦੇ 'ਚੋਂ ਕਿਸੇ ਇੱਕ ਤੇ ਤਾਂ ਐਕਸ਼ਨ ਕਰਕੇ ਦਿਖਾਓ ਕਿ ਤੁਸੀਂ ਕੁਝ ਕਰਨ ਯੋਗ ਹੋ। ਇਸ ਤੋਂ ਲੱਗਦਾ ਕਿ ਸਰਕਾਰ ਟੇਬਲ ਤੇ ਬੈਠੀ ਆ, ਇੱਕ ਮੀਟਿੰਗ ਹੋਰ ਆ, 3 ਮੀਟਿੰਗ ਹੋ ਗਈਆਂ, ਚੌਥੀ ਵੀ ਹੋ ਜਾਏਗੀ। ਸਰਕਾਰ ਦੀ ਤੁਹਾਨੂੰ ਗੰਭੀਰਤਾ, ਸੁਹਿਰਦਤਾ ਦਿਖਾਈ ਦੇ ਰਹੀ ਹੈ? ਜੇ ਦਿਖਾਈ ਦੇ ਰਹੀ ਤਾਂ ਨਾਲ ਕੀ ਬੇਈਮਾਨੀ ਤਾਂ ਨਹੀਂ ਹੋਏਗੀ ਜਦੋਂ ਕੱਲ੍ਹ ਨੂੰ ਕੁਝ ਚੇਂਜ ਹੋਏਗਾ ਜੀ? ਦੇਖੋ ਕੱਲ੍ਹ ਨੂੰ ਕੀ ਹੁੰਦਾ ਕੀ ਨਹੀਂ ਹੁੰਦਾ, ਪਰ ਮੇਰੀ ਇੱਕ ਅਰਦਾਸ ਹੈ ਇੱਕ ਇੰਡੀਵਿਜੂਅਲ ਸਿਟੀਜ਼ਨ ਵੱਲੋਂ, ਇੱਕ ਅਦਨਾ ਜਿਹੇ ਕਿਸਾਨ ਦੇ ਪੁੱਤ ਵੱਲੋਂ, ਕਿ ਇਹ ਸਰਕਾਰਾਂ ਸੁਹਿਰਦ ਹੋ ਜਾਣ। ਜਿਹੜਾ ਡਾਕਟਰ ਹੁੰਦਾ ਨਾ, ਉਸ ਦੀ ਮਰੀਜ਼ ਭਾਸ਼ਾ ਨਹੀਂ ਸਮਝ ਰਿਹਾ। 2 ਡਾਕਟਰ ਉਹਦੇ ਬੈੱਡ ਦੇ ਕੋਲ ਬੈਠੇ ਡਿਸਕਸ ਕਰ ਰਹੇ ਹੁੰਦੇ ਆ ਕੁਛ, ਤੇ ਮਰੀਜ਼ ਬਿਲਕੁਲ ਨਹੀਂ ਸਮਝਦਾ। ਮਰੀਜ਼ ਜੱਜ ਦੇ ਇਸ ਨਹੀਂ ਸਮਝ ਆਉਂਦੀ। ਉਹ ਜਿਹੜਾ ਬੰਦਾ ਉਹ ਜੱਜ ਦੇ ਹਾਵ ਭਾਵਾਂ ਨੂੰ ਦੇਖ ਕੇ ਤਸੱਲੀ 'ਚ ਹੁੰਦਾ। ਜਿਹੜਾ ਮਰੀਜ਼ ਹੈ, ਜਿੱਥੇ ਕਿਸਾਨੀ ਪਹੁੰਚੀ ਹੈ, ਉਹ ਜੇ ਉਹਦੇ ਡਾਕਟਰ ਹੈ ਨਾ ਜਿਹੜੇ ਵੱਡੇ ਵੱਡੇ, ਉਸ ਦੇ ਨਾਲ ਜਿਹੜੇ ਉਹਨਾਂ ਦੇ ਚਿਹਰੇ ਦੇ ਹਾਵ ਭਾਵ, ਉਹਨਾਂ ਦੀ ਜਿਹੜੀ ਹਮਦਰਦੀ ਹੈ ਮਰੀਜ਼ ਪ੍ਰਤੀ, ਉਹ ਦਵਾਈ ਨਾਲੋਂ ਵੀ ਜ਼ਰੂਰੀ ਹੁੰਦੀ ਹੈ ਮੇਰੇ ਵੀਰ। ਉਹ ਦਵਾਈ ਕੀ ਹੈ, ਤੈਨੂੰ ਹੁਣ ਪੈਰਾਸੀਟਾਮੋਲ ਦਾ ਪਤਾ ਹੈ ਉਹਦੇ ਸਾਲਟ ਕਿਹੜੇ ਹੈ? ਨਹੀਂ ਪਤਾ। ਪਰ ਡਾਕਟਰ ਜੋ ਤੈਨੂੰ ਇਹ ਪੈਰਾਸੀਟਾਮੋਲ ਦੀ ਗੋਲੀ ਵੀ ਨਾ ਦੇਵੇ, ਕੋਈ ਮਿੱਠਾ ਕੈਪਸੂਲ ਹੀ ਦੇ ਕੇ ਚਲਾ ਜਾਵੇ ਤੇ ਕਹੇ ਲੈ ਵੀ ਸਵੇਰ ਨੂੰ ਤੂੰ ਕੋਵਿਡ ਤੈਨੂੰ ਕੁਛ ਨਹੀਂ ਕਹਿੰਦਾ, ਲੈ ਡਾਕਟਰ ਦੇ ਇੰਨੇ ਹਮਦਰਦੀ ਵਾਲੇ ਸ਼ਬਦ ਤੈਨੂੰ ਕੋਵਿਡ ਚੋਂ ਵੀ ਬਚਾ ਲਿਆਉਣਗੇ ਬੇਟੇ। ਪਰ ਤੁਹਾਨੂੰ ਲੱਗਦਾ ਜਿਹੜੀਆਂ ਕਿਸਾਨ ਜਥੇਬੰਦੀਆਂ ਲੱਗੀਆਂ ਨੇ, ਜਾਂ ਜਿਹੜਾ ਕਿਸਾਨ ਆ ਜਾਂ ਜਿਹੜਾ ਜੱਟ ਆ, ਕਮਲਾ ਨਹੀਂ ਹੋ ਸਕਦਾ, ਭੋਲਾ ਹੋ ਸਕਦਾ? ਨਹੀਂ, ਉਹ ਤਾਂ ਇੱਕੋ ਹੀ ਗੱਲ ਕਹਿੰਦਾ ਹੈ। ਉਹ ਇਹ ਕਹਿੰਦਾ ਤਾਜਰ ਹੂੰ ਮੈਂ ਮੁਹੱਬਤ का। ताजर कहते हैं व्यापारी है, मैं मोहब्बत का। मैं कंगाल क्यों हुआ ना मुझसे पूछ। देखो ਉਹਦੀ ਸਾਰੀ ਤਰਜਮਾਨੀ ਅੱਜ ਇਹ ਹੈ, ਸਰਕਾਰ ਪ੍ਰਤੀ ਤੁਹਾਡੇ ਲੋਕਾਂ ਨੂੰ ਵੀ ਪੁੱਛਦਾ ਕਿਸਾਨ, ਕਿਉਂਕਿ ਸਾਰੀ ਦੁਨੀਆ ਤਾਂ ਕਿਸਾਨ ਨਹੀਂ, ਕੋਈ ਆੜ੍ਹਤੀਆ ਵੀ ਹੈ, ਕੋਈ ਮੇਰੇ ਵਰਗਾ ਸਰਕਾਰੀ ਨੌਕਰ ਵੀ ਹੈ, ਕੋਈ ਬੁੱਧੀਜੀਵੀ ਹੈ, ਕੋਈ ਵਕੀਲ ਹੈ, ਕੋਈ ਕੁਛ ਹੈ। ਉਹ ਸਾਰਿਆਂ ਨੂੰ ਇੱਕ ਗੱਲ ਕਹਿੰਦਾ ਤੇ ਪੁੱਛਦਾ कि मैं तो ताजर हूँ मोहब्बत का, कंगाल कैसे हुआ मुझसे ना पूछ। तू अपने आप ਨੂੰ ਪੁੱਛ ਵੀ ਮੈਨੂੰ ਤੂੰ ਕੰਗਾਲ ਕੀਤਾ ਕਿਵੇਂ ਹੈ। ਕਦੇ ਮੈਨੂੰ ਤੂੰ ਪ੍ਰਾਈਸ ਇੰਡੈਕਸ ਨਾਲ ਜੋੜਿਆ, ਕਦੇ ਤੂੰ MSP ਦੇ ਕੇ ਉਸ ਤੋਂ ਬਾਅਦ ਮੇਰੀ ਇਹ ਸਾਰ ਲਈ ਹੈ ਵੀ ਮੈਨੂੰ ਤੂੰ ਇਹ ਜਿਵੇਂ ਚੀਨੀਆਂ ਨੂੰ ਅੰਗਰੇਜ਼ਾਂ ਨੇ ਅਫੀਮ ਦੀ ਚਾਟ 'ਤੇ ਲਾਤਾ ਸੀ, ਕਿਤੇ ਸਾਡੀਆਂ ਸਰਕਾਰਾਂ, ਪੰਜਾਬ ਸਰਕਾਰਾਂ ਵੀ ਠੀਕ, ਉਹਨਾਂ ਨੇ ਸਮੇਂ ਦੇ ਮੁਤਾਬਕ ਬੜੇ ਸੋਹਣੇ ਆਪਣੇ ਆਪ ਨੂੰ ਨਿਭਾਇਆ,
ਪਰ ਉਹਨਾਂ ਦਾ ਨਤੀਜੇ ਪਤਾ ਕੀ ਹੋਏ ਤੁਹਾਡੇ ਸਬਸਿਡੀਆਂ ਦੇ ਤੇ ਕਹਿੰਦੇ ਹੋ ਤੁਸੀਂ ਉਹਨਾਂ ਦੇ ਫ੍ਰੀ ਪਾਵਰ ਦੇ ਖੁੱਲੇ ਟਿਊਬਵੈੱਲ ਦੇਣ ਦੇ ਉਹ ਸਾਰੇ ਰਿਜ਼ਲਟ ਨੈਗੇਟਿਵ ਹੋਏ। ਉਹਨਾਂ ਨੇ ਆਪਣਾ ਸਮਾਂ ਤਾਂ ਚੰਗਾ ਲੰਘਾ ਲਿਆ ਪਰ ਉਹਨਾਂ ਨੇ ਭਵਿੱਖ ਦੀ ਨੂੰ ਆਪਣੇ ਦ੍ਰਿਸ਼ਟੀਗੋਚਰ ਨਹੀਂ ਕੀਤਾ ਕਿ ਅੱਗੇ ਆਉਣ ਵਾਲਾ ਸਮਾਂ ਕਿਵੇਂ ਹੋਊਗਾ। ਮੈਂ ਪਿਛਲੀਆਂ ਸਰਕਾਰਾਂ ਦੀ ਗੱਲ ਕਰਦਾ। ਮੇਰਾ ਆਖਰੀ ਸਵਾਲ ਹੈ ਸਰ, ਕਿਉਂਕਿ ਤੁਸੀਂ DC ਵੀ ਰਹੇ ਤੇ ਡਿਵੀਜ਼ਨਲ ਕਮਿਸ਼ਨਰ ਵੀ ਰਹੇ ਹੈਗੇ, ਬੜੇ ਪ੍ਰੋਟੈਸਟ ਦੇਖੇ ਹੈਗੇ ਨੇ, ਬੜੇ ਪ੍ਰੋਟੈਸਟ ਸ਼ਾਂਤ ਵੀ ਕਰਾਏ ਹੋਣਗੇ, ਪਰ ਇਹ ਜਿਹੜਾ ਅੰਦੋਲਨ ਚੱਲ ਰਿਹਾ ਹੈਗਾ ਤੁਹਾਨੂੰ ਲੱਗਦਾ ਕਿ ਇਹਦੇ 'ਚ ਜੋਸ਼ ਔਰ ਹੋਸ਼ ਦੋਨੋਂ ਕੰਮ ਕਰ ਰਹੀਆਂ? ਪਰ ਹੁਣ ਕਿਉਂਕਿ ਕਈ ਬਹੁਤ ਜ਼ਿਆਦਾ ਇੱਦਾਂ ਦੇ ਲੋਕ ਸ਼ਰਾਰਤੀ ਹੁੰਦੇ ਨੇ ਤੇ ਇਸ ਮਾਹੌਲ ਨੂੰ ਖਰਾਬ ਕਰ ਸਕਦੇ ਤੇ ਅੰਦੋਲਨ ਨੂੰ ਫੇਲ ਵੀ ਕਰ ਸਕਦੇ ਹੈਗੇ ਨੇ। ਦੇਖੋ, ਜਿਹੜੀ ਪੋਜ਼ਿਟਿਵ ਅਪਰੋਚ ਹੁੰਦੀ ਹੈ ਨਾ, ਉਸ ਦਾ ਨੈਚੁਰਲੀ ਬਿਲਕੁਲ ਇਹ ਐਜੀਟੇਸ਼ਨਾਂ ਨੂੰ ਉਹ ਖ਼ਤਮ ਕਰਦੇ ਨੇ। ਐਜੀਟੇਸ਼ਨ ਕੋਈ ਚਾਹ ਕੇ ਜਾਂ ਕੋਈ ਇਸ ਤਰ੍ਹਾਂ ਐਜ਼ ਏ ਪੋਲੀਟਿਕਸ ਨਹੀਂ ਗਾ ਐਜੀਟੇਸ਼ਨ ਹੁੰਦੀ ਹੈ। ਕੋਈ ਨਾ ਕੋਈ ਚੁੰਡੀ ਵੱਢੀ ਜਾਂਦੀ ਹੈ। ਬੱਸਾਂ ਦੇ ਕਿਰਾਏ ਵੱਧਦੇ ਆ ਤੇ ਰਿਜ਼ੈਂਟ ਕਰਦੇ ਆ ਕੁਛ, ਪਰ ਜਦੋਂ ਉਹਨਾਂ ਨੂੰ ਸੁਹਿਰਦਤਾ ਨਾਲ ਉਸ ਨੂੰ ਐਕਸਪਲੇਨ ਕੀਤਾ ਜਾਂਦਾ ਹੈ, ਕੁਝ ਗਿਵ ਐਂਡ ਟੇਕ ਕੀਤਾ ਜਾਂਦਾ ਹੈ, ਤਾਂ ਉਹ ਜਿਹੜੀਆਂ ਐਜੀਟੇਸ਼ਨਸ ਖਤਮ ਹੋ ਜਾਂਦੀਆਂ। ਖਤਮ ਇਸ ਤਰ੍ਹਾਂ ਨਹੀਂ ਵੀ ਧੱਕੇ। ਤੇ ਜੇ ਤੁਹਾਡੀ ਅਪਰੋਚ ਹੀ ਇਹ ਹੈ ਬਰਗਾੜੀ ਵਾਲੀ, ਗੁਸਤਾਖੀ ਮਾਫ ਮੈਂ ਵਿੱਚ ਵਿਆਹ 'ਚ ਬੀ ਦਾ ਲੇਖਾ ਪਾ ਰਿਹਾ ਕਿ ਜੇ ਤੁਹਾਡੀ ਅਪਰੋਚ ਹੀ ਬਰਗਾੜੀ ਵਾਲੀ ਹੈ ਵੀ ਉਹ ਜਪਜੀ ਸਾਹਿਬ ਦਾ ਪਾਠ ਕਰੀ ਜਾਂਦੇ ਤੇ ਤੁਸੀਂ ਤਾਂ ਕੁੱਟਣੇ ਹੈ, ਤੇ ਫਿਰ ਮੇਰੇ ਵੀਰ ਇਹ ਜੇ ਉਸ ਰਸਤੇ ਚੱਲੋਗੇ ਤਾਂ ਅਫਸਰ ਵੀ ਉਹਦੇ ਭਾਗੀ ਬਣ ਜਾਂਦੇ ਆ ਗਲਤ ਕੰਮਾਂ ਦੇ। ਯੈਸ ਮੈਨ ਤਾਂ ਬਣਨਾ ਪੈਣਾ ਮੇਰੇ ਵੀਰ। ਜ਼ਮਾਨਾ ਇੱਥੇ ਪਹੁੰਚ ਗਿਆ, ਜਿਹੜੀ ਸਰਵਿਸ ਹੈ ਉਹ ਯੈਸ ਮੈਨਾਂ ਦੀ ਰਹਿ ਗਈ ਹੈ। ਪਰ ਮੈਂ ਸ਼ੁਰੂ 'ਚ ਵੀ ਕਿਹਾ ਸੀ ਕਿ ਅਜੇ ਵੀ ਤੁਹਾਡੀ ਅਫਸਰਾਂ ਦੀ ਆਤਮਾ, ਅਫਸਰਾਂ ਦਾ ਕਿਰਦਾਰ ਹੈਗਾ, ਤੇ ਉਹਦੇ ਵਿੱਚ ਇੱਕ ਬੈਲੈਂਸਿੰਗ ਐਕਟ ਕਰਨ ਤਾਂ ਮੇਰਾ ਖਿਆਲ ਹੈ ਹਾਲਾਤ ਬਿਲਕੁਲ ਠੀਕ ਹੋ ਸਕਦੇ ਆ, ਪ੍ਰੋਵਾਈਡਡ ਕਿ ਸਰਕਾਰ ਜਿੱਥੋਂ ਗੱਲ ਚੱਲਦੀ ਹੈ ਅਫਸਰ ਵੀ ਹਵਾ ਕੁੱਕੜ ਬਣ ਗਏ ਆ। ਜਿੱਧਰ ਨੂੰ ਹਵਾ ਹੁੰਦੀ ਉਧਰ ਨੂੰ ਰੁੱਖ ਕਰ ਲੈਂਦੇ ਆ। ਸਮਝਦੇ ਨਾ, ਹਵਾ ਕੁੱਕੜ ਜਿਹੜਾ ਉੱਤੇ ਜੀ ਦਿਸ਼ਾ ਦੱਸਦਾ ਵੀ ਹਵਾ ਕਿਹੜੀ ਡਾਇਰੈਕਸ਼ਨ ਚੱਲੇ, ਤਾਂ ਉਹ ਜੇ ਤਾਂ ਉਹ ਦੇਖ ਕੇ ਚੱਲਣਾ। ਅੱਜ ਤੱਕ ਕਿਸੇ ਅਫਸਰ ਦਾ, ਕਿਉਂਕਿ ਉਹ ਕੋਡ ਆਫ ਕੰਡਕਟ ਹੈ ਉਹਨਾਂ ਦਾ ਆਪਣਾ ਇੱਕ ਪ੍ਰੋਟੋਕੋਲ ਹੈ, ਕਿਸੇ ਅਫਸਰ ਨੇ ਜਿਹੜਾ ਸਰਵਿਸ 'ਚ ਹੈ ਉਹਨੇ ਕਿਸੇ ਇਹ ਆਇਆ ਸਾਹਮਣੇ ਕਿ ਨਹੀਂ ਜੀ ਹਾਂ ਇਹਦੇ ਵਿੱਚ ਗੁੰਜਾਇਸ਼ ਹੈਗੀ ਹੈ ਇੰਪਰੂਵਮੈਂਟ ਦੀ, ਚਲੋ ਉਹ ਕਹਿੰਦੇ IAS ਦਾ ਮੀਨ I am ਐਗਰੀ ਸਰ। ਚਲੋ ਇਸ ਤਰ੍ਹਾਂ ਕਹਿ ਲਓ, ਬਿਲਕੁਲ ਪਬਲਿਕ ਸਹੀ ਕਹਿੰਦੀ ਹੈ। ਮੈਂ ਇਹ ਗੱਲ ਕਰਦਾ ਹਾਂ ਕਿ ਚਲੋ ਉਹ ਮੇਰੇ ਵਾਂਗੂ ਰਿਟਾਇਰ ਬੰਦੇ ਦੇ ਵਾਂਗੂ TV ਚੈਨਲਾਂ 'ਤੇ ਨਾ ਜਾਵੇ, ਉਹ ਪਬਲਿਕ ਦੇ ਵਿੱਚ ਨਾ ਜਾਵੇ, ਪਰ ਉਹ ਆਪਣੇ ਦਫ਼ਤਰਾਂ ਦੇ ਵਿੱਚ ਅੱਜ ਕੱਲ੍ਹ ਗੱਲ ਪੋਸ਼ੀਦਾ ਨਹੀਂ ਰਹਿੰਦੀ, ਮੀਡੀਆ ਯੁੱਗ ਹੈ। ਕਿਸੇ ਅਫਸਰ ਨੇ ਇਹ ਕਿਹਾ ਹੋਵੇ ਕਿ ਨਹੀਂ ਜੀ ਇਟ ਇਜ਼ ਨਾਟ ਡਨ ਥਿੰਗ, ਇਹ ਗਲਤ ਗੱਲ ਹੈ। ਕਿਸੇ ਇੱਕ ਵੱਡੇ ਅਫਸਰ ਨੇ ਇਹ ਸਮਝਦੇ ਹੋਏ ਕਿ ਬਹੁਤ ਗਲਤ ਹੋ ਰਿਹਾ ਤੇ ਉਹਨੇ ਇਹ ਕਹਿ ਦਿੱਤਾ ਹੋਏ ਕਿ ਜੀ ਮੇਰੀ ਟ੍ਰਾਂਸਫਰ ਕਰ ਦਿਓ, ਜੇ ਟ੍ਰਾਂਸਫਰ ਨਹੀਂ ਤੇ ਤੁਸੀਂ ਭਾਵੇਂ ਮੈਨੂੰ ਰੀੜ ਦੀ ਹੱਡੀ ਵਾਲੇ ਅਫਸਰ ਪੈਦਾ ਹੋਣੇ ਬੰਦ ਹੋ ਗਏ ਜੀ। ਤੇ ਹਾਂ ਬਸ ਫਿਰ ਉਹੀ ਤਾਂ ਦੁਖਾਂਤ ਅਸੀਂ ਡਿਸਕਸ ਕਰ ਰਹੇ ਹਾਂ। ਬਹੁਤ ਮਿਹਰਬਾਨੀ ਹਾਂਜੀ। ਇਸੇ ਸਰਦਾਰ ਕੁਲਬੀਰ ਸਿੰਘ ਸਿੱਧੂ ਔਰ ਜਿੱਥੋਂ ਤੱਕ ਕਿਸਾਨੀ ਦਾ ਮਸਲਾ ਹੈਗਾ, ਦੇਖੋ ਦੇਸ਼ ਭਾਰਤ ਦੀ ਜਿਹੜੀ ਪਹਿਚਾਣ ਉਹ ਖੇਤੀ ਪ੍ਰਧਾਨ ਦੇਸ਼ ਦੀ ਸੀ। ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਜਾਂ ਬਾਕੀ ਸੂਬਿਆਂ ਦੀ ਗੱਲ ਕੀਤੀ ਤੇ 70% ਦੀ ਅੱਜ ਵੀ ਜਿਹੜੀ ਦੇਸ਼ ਆ ਉਹ ਖੇਤੀ 'ਤੇ ਟਿਕਿਆ ਹੋਇਆ। ਤੇ ਫਿਰ ਜੇ ਇੱਦਾਂ ਹੀ ਲੋਕਾਂ ਨੂੰ ਦਬਾਉਣਾ ਜਾਂ ਇੱਦਾਂ ਹੀ ਲੋਕਾਂ ਨੂੰ ਭਲੇ ਦੀ ਗੱਲ ਕਹਿ ਕੇ ਉਹਨਾਂ ਨੂੰ ਖਤਮ ਕਰਨਾ ਹੈਗਾ, ਤੇ ਫਿਰ ਸਾਨੂੰ ਸੰਵਿਧਾਨ 'ਚੋਂ ਇਹ ਲਾਈਨਾਂ ਮਨਫੀ ਕਰ ਦੇਣੀਆਂ ਚਾਹੀਦੀਆਂ ਕਿ ਜਿਹੜੀ ਸਰਕਾਰ ਆ ਉਹ ਲੋਕਾਂ ਦੀ ਹੁੰਦੀ ਆ, ਲੋਕਾਂ ਵੱਲੋਂ ਚੁਣੀ ਜਾਂਦੀ ਹੈਗੀ ਆ। ਤੁਸੀਂ ਬਣੇ ਰਹੋ NB ਨਿਊਜ਼ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ।